ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹੈਰੀਟੇਜ ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ ਮੌਜੂਦ ਨੇ। ਗੱਲਬਾਤ ਅਸੀਂ ਵੱਡੀਆਂ ਖਬਰਾਂ ਤੇ ਪੰਜਾਬ ਦੇ ਉੱਤੇ ਕੇਂਦਰਿਤ ਕਰਾਂਗੇ। ਤੁਸੀਂ ਆਪਣੇ ਵਿਚਾਰ ਵੀ ਕਮੈਂਟ ਕਰਿਓ ਤੇ ਇਸ ਗੱਲਬਾਤ ਨੂੰ ਸਮਝਣ ਦੇ ਲਈ ਇਸ ਗੱਲਬਾਤ ਨੂੰ ਅਗਾਂਹ ਦੀ ਅਗਾਂਹ ਜਿਹੜਾ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ। ਧੰਨਵਾਦ ਸੁਖਵਿੰਦਰ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਮੈਂ ਕਿਤੇ ਪੜ੍ਹ ਰਿਹਾ ਸੀ ਕਿ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਹੀ ਹੰਭਲਾ ਮਾਰਨਾ ਪੈਣਾ। ਸਿਆਸਤਦਾਨਾਂ ਨੂੰ ਸਿਰਫ ਤੇ ਸਿਰਫ ਆਪਣੀ ਸੱਤਾ ਦਾ ਫਿਕਰ ਹੁੰਦਾ, ਆਪਣੀ ਕੁਰਸੀਆਂ ਦਾ ਫਿਕਰ ਹੋਣਾ। ਤੇ ਜੇ ਤੁਸੀਂ ਪੰਜਾਬ ਦੀ ਗੱਲ ਕਰਨੀ ਹੈ ਤਾਂ ਉਹ ਉਹਨਾਂ ਦੇ ਹਜ਼ਮ ਨਹੀਂ ਹੋਣੀ, ਕਿਉਂਕਿ ਉਹਨਾਂ ਨੂੰ ਕੁਰਸੀਆਂ ਤੱਕ ਜਿਹੜਾ ਉਹ ਸੀਮਤ ਰਹਿੰਦੇ ਨੇ। ਕੁਰਸੀ ਮਿਲ ਗਈ ਤੇ ਮੁੱਦੇ ਵਿਸਾਰਤੇ। ਇਸੇ ਸੰਦਰਭ 'ਚ ਮੈਂ ਤੁਹਾਡਾ ਜਿਹੜਾ ਸੰਪਾਦਕੀ ਪੜ੍ਹ ਰਿਹਾ ਸੀਗਾ ਪੰਜਾਬ ਹੈਰੀਟੇਜ ਦੀ, ਜਿਹਦੇ ਵਿੱਚ ਤੁਸੀਂ ਬਖੂਬੀ ਜ਼ਿਕਰ ਕੀਤਾ। ਮੈਂ ਚਾਹਾਂਗਾ ਕਿ ਅਸੀਂ ਇੱਥੋਂ ਹੀ ਸ਼ੁਰੂ ਕਰੀਏ ਕਿ ਅੱਜ ਕੱਲ ਲੋਕਾਂ ਨੂੰ ਕਿਸ ਤਰ੍ਹਾਂ ਭਰਮਾਇਆ ਜਾ ਰਿਹਾ ਹੈ, ਸਿਆਸਤਦਾਨ ਕਿਸ ਤਰ੍ਹਾਂ ਭਰਮਾਉਂਦੇ ਨੇ। ਉਹ ਸੱਪ ਵਾਲੀ ਗੱਲ ਜਿਹੜੀ ਤੁਸੀਂ ਉਹਦੇ ਵਿੱਚ ਕੀਤੀ ਹੈ ਕਿ ਰਾਜਨੀਤੀ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਡਰਾਮੇਬਾਜ਼ੀਆਂ ਦਿਖਾਈਆਂ ਜਾਂਦੀਆਂ, ਲੋਕਾਂ ਨੂੰ ਇਸ ਪਾਸੇ ਵੱਲ ਨੂੰ ਤੋਰਿਆ ਜਾਂਦਾ ਕਿ ਇੱਥੇ ਬਣਨਾ ਬੁਣਨਾ ਕੱਖ ਨਹੀਂ, ਤੁਸੀਂ ਬਸ ਤਮਾਸ਼ਾ ਦੇਖੋ। ਸੁਖਵਿੰਦਰ, ਇਹ ਗੱਲ ਬਿਲਕੁਲ ਤੁਹਾਡੀ ਦਰੁਸਤ ਹੈ ਕਿ ਤਮਾਸ਼ਾ ਦਿਖਾਉਣ ਤੱਕ ਮਹਦੂਦ ਹੋ ਗਏ ਸਾਰੇ ਸਾਡੇ ਜਿਹੜੇ ਕਾਰਜ ਹੈ। ਪਹਿਲਾਂ ਜਦੋਂ ਰਾਜਨੀਤੀ ਸ਼ੁਰੂ ਕਰਦੇ ਸੀ ਤਾਂ ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਸਮਾਜ ਸੇਵਾ ਚੋਂ ਪਲਾਂਘਾਂ ਪੁੱਟਦੇ ਹੋਏ ਲੋਕ ਰਾਜਨੇਤਾ ਬਣਦੇ ਸੀ। ਹੌਲੀ ਹੌਲੀ ਸਮਾਂ ਬਦਲਿਆ। ਜਿਸ ਤਰੀਕੇ ਨਾਲ ਮਾਰਕੀਟਿੰਗ ਕਾਰਪੋਰੇਟ ਸੈਕਟਰ ਦੇ ਵਿੱਚ ਵੱਖ-ਵੱਖ ਵਸਤਾਂ ਦੀ ਕੀਤੀ ਜਾਂਦੀ ਹੈ, ਆਈਡੀਆ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉਸੇ ਤਰੀਕੇ ਨਾਲ ਹੁਣ ਇਲੈਕਸ਼ਨ ਹੈ ਜਿਹੜਾ ਇਹ ਕਾਰਪੋਰੇਟ ਕਿਸਮ ਦਾ ਇਲੈਕਸ਼ਨ ਬਣ ਗਿਆ। ਇਸ ਦੇ ਵਿੱਚ ਪਹਿਲਾਂ ਤੋਂ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਆਪਾਂ ਕਿਹੜੇ ਮੁੱਦੇ ਹਾਈਲਾਈਟ ਕਰਨੇ ਆ। ਪਬਲਿਕ ਪਰਸੈਪਸ਼ਨ ਲਈ ਜਾਂਦੀ ਹੈ, ਡਾਟਾ ਕਲੈਕਟ ਕਰਾਇਆ ਜਾਂਦਾ ਹੈ ਕਿ ਉੱਥੇ ਕਿਸ ਕਿਸਮ ਦੀਆਂ ਲੋਕਾਂ ਦੀਆਂ ਇਛਾਵਾਂ ਹੈ। ਲੋਕਾਂ ਦੀਆਂ ਇਛਾਵਾਂ ਦੇ ਆਧਾਰ ਦੇ ਉੱਪਰ ਮੈਨੀਫੈਸਟੋ ਤਿਆਰ ਕੀਤਾ ਜਾਂਦਾ ਹੈ। ਫਿਰ ਉਸ ਦੇ ਲਈ ਇਵੈਂਟ ਮੈਨੇਜਮੈਂਟ ਕੀਤੀ ਜਾਂਦੀ ਹੈ। ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦੀਆਂ ਪਿਛਲੀਆਂ ਚੋਣਾਂ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਹੋਣਾ ਨੇ ਬਕਾਇਦਾ ਰੂਪ ਦੇ ਵਿੱਚ ਠੇਕਾ ਲੈ ਕੇ ਇਵੈਂਟ ਮੈਨੇਜਮੈਂਟ ਕੀਤੀ। ਉਸ ਦੇ ਵਿੱਚ ਹਰ ਜਗ੍ਹਾ ਤੇ ਕੀ ਬੋਲਣਾ ਹੈ, ਕਿੱਥੇ ਫੋਟੋ ਖਿਚਾਉਣੀ ਹੈ, ਕਿੱਥੇ ਬਾਂਹ ਉੱਪਰ ਕਰਨੀ ਹੈ, ਕਿਸ ਰੰਗ ਦੇ ਕੱਪੜੇ ਪਾਉਣੇ ਆ, ਕਦੋਂ ਕਿੰਨਾਂ ਨੂੰ ਮਿਲਣਾ ਹੈ, ਕਿਹੜੇ ਕਿਹੜੇ ਮੁੱਦੇ ਉਛਾਲਣੇ ਹੈ, ਕਿੰਨਾਂ ਮੁੱਦਿਆਂ ਨੂੰ ਪਾਸੇ ਰੱਖਣਾ ਹੈ। ਇਹ ਸਾਰੀਆਂ ਚੀਜ਼ਾਂ ਲੈ ਕੇ ਜਦੋਂ ਤੁਰਿਆ ਜਾਂਦਾ ਹੈ ਤਾਂ ਇਹਨਾਂ ਸਾਰੀਆਂ ਦਾ ਫਰਜ਼ ਉਸੇ ਤਰੀਕੇ ਨਾਲ ਹੁੰਦਾ ਹੈ ਜਿਵੇਂ ਅਸੀਂ ਕਈ ਸਾਲਾਂ ਤੋਂ ਲਗਾਤਾਰ ਚਿੱਟਾ ਦੰਦ ਕਰਨ ਲਈ ਵੱਖ-ਵੱਖ ਮਸ਼ਹੂਰੀਆਂ ਕੋਲਗੇਟ ਦੀਆਂ, ਹੋਰ ਜਿਹੜੇ ਸਾਡੇ ਇਸ ਕਿਸਮ ਦੇ ਕੱਪੜੇ ਸਾਫ਼ ਕਰਨ ਵਾਲੇ ਡਿਟਰਜੈਂਟ ਦੀਆਂ ਕਰ ਰਹੇ ਆ। ਉਸੇ ਤਰੀਕੇ ਨਾਲ ਹੁਣ ਜਿਹੜੀਆਂ ਕੰਪਨੀਆਂ ਉਹ ਲੋਕਾਂ ਦੇ ਮੁੱਦੇ ਵੇਚ ਕੇ ਉਹਨਾਂ ਮੁੱਦਿਆਂ ਦੇ ਆਧਾਰ ਤੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀਆਂ ਤੇ ਅਖੀਰ ਦੇ ਵਿੱਚ ਜਿਹੜੇ ਸਾਰੇ ਦੇ ਸਾਰੇ ਮੁੱਦੇ ਆ ਉਹ ਲੀਰਾਂ ਦਾ ਸੱਪ ਨਿਕਲਦੇ ਆ, ਅਸਲੀਅਤ ਕੁਝ ਵੀ ਨਹੀਂ ਹੁੰਦੀ। ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਮੈਂ ਇਹਨੂੰ ਥੋੜਾ ਜਿਹਾ ਉਸ ਪਾਸੇ ਵੱਲ ਨੂੰ ਵੀ ਤੋਰਾਂ ਕਿ ਲੋਕ ਇਹਨਾਂ ਦੇ ਹੱਲ ਅੱਡੀਆਂ ਚੱਕ ਕੇ ਦੇਖਦੇ ਨੇ ਕਿ ਸਾਡੇ ਲੀਡਰ ਆਉਣਗੇ, ਸਾਡੀ ਕੋਈ ਨਾ ਕੋਈ ਸਾਰ ਲੈਣਗੇ। ਗੱਲ ਰੁਜ਼ਗਾਰ ਦੇ ਨਾਲ ਜੁੜਦੀ ਹੈ ਕਿ ਪਿਛਲਿਆਂ ਨੇ ਵੀ ਬੜੇ ਲਾਰੇ ਲਾਏ, ਮੌਜੂਦਾ ਸਰਕਾਰਾਂ ਵੀ ਲਾਰੇ ਲਾਉਂਦੀਆਂ, ਭਾਵੇਂ ਉਹ ਕੇਂਦਰ ਵਿੱਚ ਬੈਠੀਆਂ ਹੋਣ, ਭਾਵੇਂ ਸੂਬੇ ਦੀ ਸੱਤਾ ਦੇ ਉੱਤੇ ਕਾਬਜ਼ ਹੋਣ। ਇੱਕ ਅੰਕੜਾ ਜਿਹੜਾ ਉਹ ਦਿੱਲੀ ਦੀ ਸਰਕਾਰ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦਾ ਸਾਹਮਣੇ ਆ ਰਿਹਾ, ਦਾ ਹਿੰਦੂ ਅਖਬਾਰ ਵਿੱਚ ਛਪਿਆ, ਕਿ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਤਾਂ 10 ਲੱਖ ਨੌਕਰੀਆਂ ਦੀ ਗੱਲ ਕਰਦੇ ਸੀ, ਵੱਡੇ ਵੱਡੇ ਦਮਗਜੇ ਮਾਰਦੇ ਸੀ, ਪਰ ਇੱਥੇ ਤਾਂ ਸਿਰਫ 12,000 ਨੂੰ ਨੌਕਰੀ ਦਿੱਤੀ ਹੈ ਤਕਰੀਬਨ। ਤੇ ਉਹਦੇ ਵਿੱਚੋਂ ਵੀ ਜੁਆਇਨ ਕਿੰਨਿਆਂ ਨੇ ਕੀਤਾ ਉਹ ਅਲੱਗ ਸਵਾਲ ਬਣ ਜਾਂਦਾ। ਪਰ ਸਵਾਲ ਇੱਥੇ ਸਾਰੀਆਂ ਪਾਰਟੀਆਂ ਤੇ ਖੜਾ ਹੁੰਦਾ ਕਿ ਮੋਦੀ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਕਰੋੜਾਂ ਨੌਕਰੀਆਂ ਦੇ ਦਾਂਗੇ, ਉਹ ਅਗਨੀਪਥ ਵਾਲੇ ਪਾਸੇ ਤੁਰ ਪਏ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਜਿਹੜੀ ਦਰ ਆ ਉਹ ਕਿੱਥੇ ਤੱਕ ਪਹੁੰਚੀ ਹੋਈ ਹੈ। ਹਾਲਾਤ ਸੁਖਵਿੰਦਰ ਇਹ ਹੈ ਕਿ ਜਦੋਂ ਅਸੀਂ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਕਰੀ ਜਾਂਦੇ ਹਾਂ, ਨੌਕਰੀਆਂ ਕਾਰਖਾਨੇ ਲਗਾਉਣ ਦੇ ਨਾਲ, ਨੌਕਰੀਆਂ ਵਿਕਾਸ ਕਰਨ ਦੇ ਨਾਲ, ਨੌਕਰੀਆਂ ਸਾਨੂੰ ਵੱਖ-ਵੱਖ ਇਸ ਕਿਸਮ ਦੇ ਕੰਮ ਚਲਾਉਣ ਦੇ ਨਾਲ ਮਿਲਦੀਆਂ ਜਿਨ੍ਹਾਂ ਦੇ ਵਿੱਚ ਸਰਕਾਰ ਕੋਈ ਨਾ ਕੋਈ ਪਬਲਿਕ ਸੈਕਟਰ ਦੇ ਵਿੱਚ ਇਨਵੈਸਟਮੈਂਟ ਕਰੇ। ਲਗਾਤਾਰ ਕੀ ਹੋ ਰਿਹਾ ਹੈ ਕਿ ਸਾਰੇ ਦਾ ਸਾਰਾ ਜਿਹੜਾ ਪਬਲਿਕ ਸੈਕਟਰ ਹੈ ਉਹ ਠੇਕੇਦਾਰੀ ਸਿਸਟਮ ਰਾਹੀਂ PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਵੇਚਿਆ ਜਾ ਰਿਹਾ ਹੈ। ਇਹਦੇ ਨਾਲ ਕੀ ਹੋ ਰਿਹਾ ਹੈ ਕਿ ਜਿਹੜੇ ਕੁਛ ਇਹੋ ਜਿਹੇ ਸਾਡੇ ਕੋਲੇ ਵੱਡੇ ਸੈਕਟਰ ਸੀ ਜਿੱਥੇ ਉਮੀਦ ਕੀਤੀ ਜਾਂਦੀ ਸੀ ਕਿ ਨੌਕਰੀਆਂ ਬਣਨਗੀਆਂ, ਜਿਨ੍ਹਾਂ ਦੇ ਵਿੱਚੋਂ ਜੇ ਅਸੀਂ ਆਰਮੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਤੁਸੀਂ ਹੁਣ ਜ਼ਿਕਰ ਹੀ ਕੀਤਾ ਕਿ ਕਿਸ ਕਿਸਮ ਦੇ ਹਾਲਾਤ ਬਣੇ ਹੋਏ ਆ। ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਸੀ ਤੁਹਾਨੂੰ ਵੀ ਪਤਾ ਹੈ ਕਿ ਉਹਨਾਂ ਨੇ 2 ਕਰੋੜ ਨੌਕਰੀਆਂ ਦੀ ਗੱਲ ਕਹੀ ਸੀ। ਹਾਲਾਂਕਿ 130 ਕਰੋੜ ਦੇ ਵਿੱਚ 2 ਕਰੋੜ ਨੌਕਰੀਆਂ ਵੀ ਕੋਈ ਬਹੁਤ ਵੱਡੀ ਮਾਰਕੇ ਵਾਲੀ ਗੱਲ ਨਹੀਂ ਹੈ, ਪਰ ਫਿਰ ਵੀ ਉਹ ਅੰਕੜਾ ਕਿਤੇ ਨੇੜੇ ਤੇੜੇ ਨਹੀਂ ਹੈ। ਕਈਆਂ ਸਾਲਾਂ ਤੋਂ ਲਗਾਤਾਰ ਜਿਹੜੇ
ਨੌਜਵਾਨ ਹੈ ਉਹ ਨੌਕਰੀਆਂ ਵਾਸਤੇ ਤਿਆਰੀ ਕਰ ਰਹੇ ਆ ਤੇ ਅਖੀਰ ਦੇ ਵਿੱਚ ਨਿਕਲਿਆ ਇਹ ਕਿ ਉਹਨਾਂ ਨੂੰ 4 ਸਾਲ ਲਈ ਨੌਕਰੀ, ਜਿਹੜੀ ਪੱਕੀ ਨੌਕਰੀ ਗਿਣੀ ਜਾਂਦੀ ਸੀ ਉਹ ਵੀ ਫੌਜ ਦੀ, ਉਹ ਮਿਲੇਗੀ। ਇਸੇ ਤਰੀਕੇ ਦੇ ਨਾਲ ਜੇ ਆਪਾਂ ਅਕ੍ਰੋਸ ਦਾ ਪਾਰਟੀ ਕਹੀਏ, ਸ਼ਾਇਦ ਹੀ ਕੋਈ ਪਾਰਟੀ ਐਸੀ ਹੋਵੇ ਜਿਹੜੀ ਇਹ ਵਾਅਦਾ ਨਾ ਕਰੇ, ਨੌਕਰੀਆਂ ਦੇਣ ਦਾ ਵਾਅਦਾ, ਕੁਝ ਚੀਜ਼ਾਂ ਮੁਫਤ ਦੇਣ ਦਾ ਵਾਅਦਾ, ਪਰ ਅਲਟੀਮੇਟਲੀ ਉਹਨਾਂ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੈ, ਕਿਉਂਕਿ ਨੌਕਰੀ ਦੇਣ ਵਾਸਤੇ ਕਾਰਖਾਨਿਆਂ ਦੇ ਵਿੱਚ ਸਰਮਾਇਆ ਲਾਉਣਾ ਪੈਂਦਾ ਹੈ। ਜੇ ਆਪਾਂ ਇਹਨੂੰ ਬਿਲਕੁਲ ਰਿਡਿਊਸ ਕਰਕੇ ਇਕੱਲੇ ਪੰਜਾਬ ਤੇ ਫੋਕਸ ਕਰੀਏ, ਪੰਜਾਬ ਦੇ ਵਿੱਚ ਸਾਡੇ ਮੰਡੀ ਗੋਬਿੰਦਗੜ੍ਹ ਲੋਹੇ ਦੀ ਇੰਡਸਟਰੀ ਸੀ, ਜਿਹੜੀ ਤਕਰੀਬਨ 90% ਜਾਂ ਇੱਥੋਂ ਸ਼ਿਫਟ ਹੋ ਚੁੱਕੀ ਹੈ ਜਾਂ ਬੰਦ ਹੋ ਚੁੱਕੀ ਹੈ। ਇਸੇ ਤਰੀਕੇ ਨਾਲ ਹੌਜਰੀ ਇੰਡਸਟਰੀ, ਇਸੇ ਤਰੀਕੇ ਨਾਲ ਛੋਟੇ ਸਮਾਨ ਬਣਾਉਣ ਦੀ ਇੰਡਸਟਰੀ ਲੁਧਿਆਣਾ ਤੇ ਜਲੰਧਰ ਦੇ ਵਿੱਚ ਸੀ, ਉਹ ਵੀ ਅੱਜ ਬੰਦ ਹੋਣ ਦੀ ਕਗਾਰ ਤੇ ਪਹੁੰਚੀਆਂ ਹੋਈਆਂ। ਜਦੋਂ ਸਾਡੀ ਆਪਣੀ ਇੰਡਸਟਰੀ ਬੰਦ ਹੋਈ ਜਾਊਗੀ, ਬਠਿੰਡੇ ਦਾ ਥਰਮਲ ਪਲਾਂਟ ਬੰਦ ਹੋ ਗਿਆ, ਜਦੋਂ ਸਾਡੇ ਕੋਲੇ ਇੰਡਸਟਰੀ ਕੋਈ ਨਵੀਂ ਵੱਡੀ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ 'ਚ ਨਹੀਂ ਲੱਗੀ, ਜਿਹੜੀਆਂ ਲੱਗੀਆਂ ਸੀ ਉਹ ਖਤਮ ਹੋ ਰਹੀਆਂ, ਤੇ ਜੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਕੋਈ ਬੰਦਾ ਇਹ ਦਾਅਵਾ ਕਰਦਾ ਕਿ ਅਸੀਂ ਨੌਕਰੀਆਂ ਦੇਵਾਂਗੇ, ਤਾਂ ਉਹ ਨੌਕਰੀਆਂ ਕਿੱਥੋਂ ਦੇਣਗੇ? ਤੇ ਨਾਲ ਹੀ ਇਹਦੇ ਦੂਸਰੀ ਵੀ ਗੱਲ ਹੈ ਕਿ ਅੱਜ ਨੌਕਰੀਆਂ ਦੇ ਵਿੱਚ ਨੂਮੈਰੀਕਲ ਸਟਰੈਂਥ ਦੇ ਨਾਲੋਂ ਟੈਕਨੋਲੋਜੀ ਬਹੁਤ ਸਾਰੇ ਬੰਦਿਆਂ ਨੂੰ ਰਿਪਲੇਸ ਕਰਦੀ ਜਾ ਰਹੀ ਹੈ। ਟੈਕਨੋਲੋਜੀ ਦੇ ਨਾਲ ਜਿੱਥੇ ਅੱਗੇ 15 ਬੰਦਿਆਂ ਦੀ ਜ਼ਰੂਰਤ ਸੀ, ਹੁਣ ਇੱਕ ਬੰਦੇ ਦੀ ਲੋੜ ਪੈਂਦੀ ਹੈ। ਜਿੱਥੇ ਅੱਗੇ 500 ਬੰਦਾ ਰਲ ਕੇ ਨਹਿਰ ਦੇ ਸਾਈਡਾਂ ਤੇ ਮਿੱਟੀ ਪਾ ਕੇ ਲੇਬਰ ਵਾਲਿਆਂ ਨੂੰ ਇੰਪਲਾਈ ਕਰਦਾ ਸੀ, ਉੱਥੇ ਇੱਕ ਜੇਸੀਬੀ ਮਸ਼ੀਨ ਜਾ ਕੇ ਕੰਮ ਪੂਰਾ ਕਰ ਦਿੰਦੀ ਹੈ। ਇਸ ਲਈ ਹਾਲਾਤ ਜਿਹੋ ਜਿਹੇ ਬਣੇ ਹੋਏ ਹੈ, ਇਸ ਦੇ ਵਿੱਚ ਲੋਕਾਂ ਨੂੰ ਨੌਕਰੀਆਂ ਦੇਣ ਵਾਸਤੇ ਨਵੇਂ ਤੋਂ ਨਵੇਂ ਕੁਛ ਨਾ ਕੁਛ ਇਸ ਕਿਸਮ ਦੇ ਫਾਰਮੂਲੇ ਕਹਿ ਲਓ, ਇਨਵੈਸਟਮੈਂਟ ਕਹਿ ਲਓ, ਉਹ ਇਹਨਾਂ ਨੂੰ ਕਰਨੀ ਪਊਗੀ। ਸਾਡੇ ਹਾਲਾਤ ਇਹ ਹੈ ਕਿ ਪੰਜਾਬ ਦਾ ਹਰ ਨੌਜਵਾਨ ਪੰਜਾਬ ਦੇ ਸਿਰ ਚੜੇ ਹੋਏ ਕਰਜ਼ੇ ਨਾਲ, ਇਹ ਆਮ ਧਾਰਨਾ ਸਾਰੇ ਜਰਨਲਿਸਟ ਵੀ ਜਾਣਦੇ ਆ, ਲੋਕ ਵੀ ਜਾਣਦੇ ਆ ਕਿ ਨਵਾਂ ਜੰਮਣ ਵਾਲਾ ਜਿਹੜਾ ਬੱਚਾ ਉਸਦੇ ਸਿਰ ਤੇ 1 ਲੱਖ ਰੁਪਏ ਦਾ ਕਰਜ਼ਾ ਹੁੰਦਾ ਹੈ। ਜੇ ਇੱਕ ਨੌਜਵਾਨ ਜਿਹੜਾ ਨਵਾਂ ਜੰਮਣ ਵਾਲਾ ਬੱਚਾ ਹੈ ਉਹ ਕਰਜ਼ਾ ਲੈ ਕੇ ਜੰਮੂਗਾ, ਕਰਜ਼ੇ ਲੈ ਕੇ ਅਸੀਂ ਜਿਹੜੇ ਪਹਿਲਾਂ ਤੋਂ ਸਾਡੇ ਕੋਲੇ ਇੰਪਲਾਈ ਹੈ ਉਹਨਾਂ ਨੂੰ ਨੌਕਰੀਆਂ ਦੇਣ ਵਾਸਤੇ, ਤਨਖਾਹਾਂ ਦੇਣ ਵਾਸਤੇ ਸਾਡੇ ਕੋਲੇ ਪੈਸਾ ਹੈ ਨਹੀਂ, ਸਾਡੀਆਂ ਯੂਨੀਵਰਸਿਟੀਆਂ ਬੰਦ ਹੋਣ ਜਾ ਰਹੀਆਂ, ਸਾਡੇ ਕਾਲਜਾਂ ਦੇ ਵਿੱਚ ਜਿਹੜੇ ਪਹਿਲਾਂ ਤੋਂ ਚੱਲ ਰਹੇ ਉਹਨਾਂ ਦੇ ਵਿੱਚ ਨਵੀਂ ਭਰਤੀ ਨਹੀਂ ਹੋ ਰਹੀ। 36,000 ਮੁਲਾਜ਼ਮ ਜਿਹੜੇ ਪੰਜਾਬ ਦੇ ਵਿੱਚ ਪੱਕੇ ਕਰਨੇ ਸੀ, ਉਹਨਾਂ ਬਾਰੇ ਕਿੰਨੇ ਚਿਰ ਤੋਂ ਕੁਐਸਚਨ ਮਾਰਕ ਲੱਗਿਆ ਹੋਇਆ। ਲੰਬੇ ਸਮੇਂ ਤੋਂ ਜਿਹੜੇ ਮਾਸਟਰ ਹੈ ਉਹ ਟੈਂਕੀਆਂ ਤੇ ਚੜੇ ਹੋਏ ਹੈ। ਇਸ ਕਿਸਮ ਦੇ ਹਾਲਾਤ ਦੇ ਵਿੱਚ ਜੇ ਅਸੀਂ ਫਿਰ ਵੀ ਕਿਸੇ ਨੇਤਾ ਦੇ ਭਰਮਾਉਣ ਤੇ ਕਿ ਅਸੀਂ 1 ਲੱਖ ਨੌਕਰੀ ਦੇਵਾਂਗੇ, 2 ਕਰੋੜ ਨੌਕਰੀ ਦੇਵਾਂਗੇ, ਤਾਂ ਸਾਨੂੰ ਕਦੇ ਨਾ ਕਿਤੇ ਆਪਣੇ ਆਪ ਤੇ ਵੀ ਮਤਲਬ ਨਿਗਾਹ ਮਾਰਨੀ ਚਾਹੀਦੀ ਹੈ ਕਿ ਅਸੀਂ ਕਿੰਨਾ ਕੁ ਚਿਰ ਭੁਲੇਖੇ ਦੇ ਵਿੱਚ ਜਿਉਵਾਂਗੇ, ਅਸੀਂ ਕਿੰਨਾ ਕੁ ਚਿਰ ਲਾਰਿਆਂ ਦੇ ਆਧਾਰ ਤੇ ਜਿਉਵਾਂਗੇ, ਅਸੀਂ ਕਿੰਨਾ ਕੁ ਚਿਰ ਇਹੋ ਜਿਹੀਆਂ ਚੀਜ਼ਾਂ ਦੇ ਸਿਰ ਤੇ ਜਿਉਵਾਂਗੇ। ਕਦੇ ਕੋਈ ਕਹਿੰਦਾ ਮੈਂ ਗਰੀਬੀ ਹਟਾਊਂ, ਕਦੇ ਕੋਈ ਕਹਿੰਦਾ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾਊਂ। ਇਹ ਸਾਰੇ ਜਿਹੜੇ ਦਮਗਜੇ ਮਾਰਨ ਵਾਲੀਆਂ ਗੱਲਾਂ ਹੈ ਕਿ ਜਿੰਨਾ ਮਰਜ਼ੀ ਝੂਠ ਬੋਲੋ, ਕੋਈ ਪੁੱਛਣ ਵਾਲਾ ਨਹੀਂ ਹੈ। ਇਹਨਾਂ ਤੇ ਜ਼ਰੂਰ ਲੋਕਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ। ਲੋਕਾਂ ਦਾ ਉਹਨਾਂ ਚਿਰ ਸੁਧਾਰ ਨਹੀਂ ਹੁੰਦਾ ਜਿੰਨਾ ਚਿਰ ਉਹ ਜਿਹੜੇ ਇਕੱਲੇ ਨੇਤਾਵਾਂ ਦੇ ਮੂੰਹ ਵੱਲ ਦੇਖਣ ਦੀ ਬਜਾਏ ਆਪ ਉੱਠ ਕੇ ਖੜੇ ਨਹੀਂ ਹੁੰਦੇ। ਜੇ ਗੁਰੂ ਗੋਬਿੰਦ ਸਿੰਘ ਨੇ ਲੋਕਾਂ ਦੇ ਮੂੰਹ ਵੱਲ ਦੇਖਿਆ ਹੁੰਦਾ, ਖਾਲਸੇ ਦੀ ਸਿਰਜਣਾ ਨਾ ਕਰਦਾ, ਤਾਂ ਮੁਗਲਾਂ ਤੋਂ ਪੰਜਾਬ ਵਿੱਚ ਅਤਿਆਚਾਰ ਦੀ ਨਿਜਾਤ ਨਹੀਂ ਮਿਲਣੀ ਸੀ। ਉਹਨਾਂ ਨੇ ਆਪਣੇ ਬੰਦੇ ਖੜੇ ਕਰੇ, ਉੱਠ ਕੇ ਲੜਾਈ ਨੂੰ ਤੁਰੇ, ਆਪਣਾ ਪੈਂਡਾ ਆਪ ਨਿਰਧਾਰਿਤ ਕੀਤਾ, ਕਿਰਤ ਤੇ ਜਿਹੜੀ ਕਿਰਪਾਨ ਹੈ ਦੋਨਾਂ ਨੂੰ ਨਾਲ ਲੈ ਕੇ ਚੱਲੇ ਤੇ ਉਹਨਾਂ ਨੇ ਹਾਲਾਤ ਸੁਧਾਰੇ। ਅਸੀਂ ਉਸ ਪਰੰਪਰਾ ਦੇ ਵਾਸੀ ਹਾਂ, ਇਸ ਕਰਕੇ ਅਸੀਂ ਨਿਹੱਥੇ ਹੋ ਕੇ ਅਸੀਂ ਆਪਣੇ ਆਪ ਨੂੰ ਬਾਕੀ ਸਾਰੀਆਂ ਚੀਜ਼ਾਂ ਤੋਂ ਜੇ ਨਿਰਲੇਪ ਕਰਕੇ ਬਹਿ ਜਾਵਾਂਗੇ ਕਿ ਸ਼ਾਇਦ ਕੋਈ ਆ ਕੇ ਸਾਨੂੰ ਮੁਫਤ ਆਟਾ ਦੇਊਗਾ, ਮੁਫਤ ਦਾਲ ਦੇਊਗਾ, ਮੁਫਤ ਬਿਜਲੀ ਦੇਊਗਾ, ਅਸੀਂ ਮੰਗਤੇ ਬਣਨ ਦੀ ਥਾਂ ਤੇ ਅਸੀਂ ਐਂਟਰਪ੍ਰੈਨਿਓਰ ਬਣਨ ਵੱਲ ਵਧੀਏ। ਅਸੀਂ ਆਪਣੀ ਜਿਹੜੀ ਕਿਸਮਤ ਹੈ ਉਸ ਨੂੰ ਆਪ ਬਦਲਣ ਦੀ ਕੋਸ਼ਿਸ਼ ਕਰੀਏ, ਵਰਨਾ ਜਿਹੜੇ ਇਹ ਲਾਰੇ ਹੈ ਇਹ ਕੋਈ ਅੱਜ ਦੇ ਨਹੀਂ ਲੱਗ ਰਹੇ। ਇਹ 70-72 ਦੇ ਵਿੱਚ ਗਊ ਵੱਛੇ ਦੇ ਉੱਪਰ ਕਾਂਗਰਸ ਨੇ ਇਲੈਕਸ਼ਨਾਂ ਲੜੀਆਂ, ਉਦੋਂ ਤੋਂ ਗਰੀਬੀ ਹਟਦੀ ਆ ਰਹੀ ਹੈ ਤੇ ਅੱਜ ਤੱਕ ਗਰੀਬੀ ਕਿਤੇ ਵੀ ਹਟੀ ਨਹੀਂ। ਜਿਹੜੇ ਅਮੀਰ ਹੈ ਜ਼ਿਆਦਾ ਅਮੀਰ ਹੋਣ ਲੱਗੇ ਹੋਏ ਆ, ਗਰੀਬ ਜ਼ਿਆਦਾ ਗਰੀਬ ਹੋਈ ਜਾਂਦੇ ਆ। ਇਸ ਕਰਕੇ ਇਸ ਸੰਦਰਭ ਦੇ ਵਿੱਚ ਮੈਨੂੰ ਲੱਗਦਾ ਕਿ ਨੌਕਰੀਆਂ ਵਾਲੇ ਲਾਰਿਆਂ ਤੋਂ ਸਾਨੂੰ ਹੁਣ ਸੁਚੇਤ ਹੋਣਾ ਚਾਹੀਦਾ ਹੈ, ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਸੁਖਵਿੰਦਰ ਜੀ, ਇਹ ਬੜਾ ਵੱਡਾ ਦੁਖਾਂਤ ਹੈ ਵੈਸੇ ਸੰਧੂ ਸਾਹਿਬ ਕਿ ਲੋਕਾਂ ਨੂੰ ਆਟੇ ਦਾਲ ਦੇ ਵਿੱਚ ਉਲਝਾਤਾ। ਹੁਣ ਤਾਂ ਕਹਿੰਦੇ ਆਟਾ ਤੁਹਾਡੇ ਘਰਾਂ ਤੱਕ ਪਹੁੰਚਿਆ ਕਰੇਗਾ, ਮੁਫਤ ਵਿੱਚ ਬਿਜਲੀ ਮਿਲ ਗਈ, ਹੁਣ ਆਰਾਮ ਨਾਲ ਬੰਦਾ ਬੈਠਾ 300 ਯੂਨਿਟ ਤੇ ਆਟੇ ਦੇ ਨਾਲ ਗੁਜ਼ਾਰਾ ਕਰ ਲੇਗਾ। ਲੋਕਾਂ ਨੂੰ ਸਿੱਖਿਆ ਤੋਂ ਵਾਂਝਾ, ਜੇ ਲੋਕ ਪੜ੍ਹਨਗੇ ਲਿਖਣਗੇ ਤਾਂ ਹੀ ਉਹ ਸਵਾਲ ਕਰਨਗੇ ਲੀਡਰਾਂ ਨੂੰ, ਪਰ ਉਹਨੇ ਜੋਗਾ ਰਹਿਣ ਹੀ ਨਹੀਂ ਦੇਣਾ। ਤੁਸੀਂ ਰੁਜ਼ਗਾਰ ਦੀ ਗੱਲ ਕਰ ਰਹੇ, ਮੈਂ ਥੋੜਾ ਜਿਹਾ ਹੋਰ ਜੋੜਾਂ ਨਾਲ ਇਹਦੇ ਕਿ ਜਦੋਂ ਪ੍ਰਾਈਵੇਟ ਖੇਤਰ ਤੇ ਰੁਜ਼ਗਾਰ ਦੀ ਗੱਲ ਹੁੰਦੀ ਹੈ, ਹੁਣ ਸਰਕਾਰ ਨੇ ਕਿਹਾ ਕਿ ਅਸੀਂ ਇੰਡਸਟਰੀਅਲ ਪਾਰਕ ਬਣਾਉਣਾ,
ਜਾਂ ਆਈਟੀ ਹੱਬ ਬਣਾਉਣੇ ਨੇ, ਤਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਸਰਕਾਰ ਆਪਣੇ ਵੱਲੋਂ ਤਾਂ ਕਹਿ ਦਿੰਦੀ ਆ ਕਿ ਇਹਦੇ ਨਾਲ ਰੁਜ਼ਗਾਰ ਪੈਦਾ ਹੋਏਗਾ, ਪਰ ਜਿਹੜੀਆਂ ਉਹਨਾਂ ਦੀਆਂ ਮਨਮਰਜ਼ੀਆਂ ਹੁੰਦੀਆਂ ਨੇ ਉਹ ਸਵਾਲ ਖੜਾ ਕਰਦੀਆਂ ਕਿ ਉਹਨਾਂ ਨੇ ਵਾਤਾਵਰਣ ਨੂੰ ਢਾਹ ਲਾਉਣੀ ਹੈ, ਉਹਨਾਂ ਨੇ ਪੰਜਾਬ ਦੀ ਆਬੋ ਹਵਾ ਨੂੰ ਗੰਧਲਾ ਕਰਨਾ, ਉਹਨਾਂ ਨੇ ਪੰਜਾਬ ਦੇ ਸਿਸਟਮ ਦੇ ਵਿੱਚ ਦਖਲਅੰਦਾਜ਼ੀ ਕਰਨੀ ਹੈ। ਉਹਨਾਂ ਸਵਾਲਾਂ ਨੂੰ ਐਡਰੈਸ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਇਹ ਸਾਰੇ ਪੰਜਾਬ ਦੇ ਨਾਲ ਹੀ ਜੁੜਦੇ ਨੇ। ਪੰਜਾਬ ਦੇ ਵਿੱਚ ਬੁਨਿਆਦੀ ਜਿਹੜਾ ਸਟਰਕਚਰਲ ਡਿਵੈਲਪਮੈਂਟ ਹੈ ਜਾਂ ਬੁਨਿਆਦੀ ਢਾਂਚਾ ਹੈ ਉਸ ਨੂੰ ਵਿਕਸਿਤ ਕਰਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪੰਜਾਬ ਦੇ ਵਿੱਚ ਡੇਅਰੀ ਇੰਡਸਟਰੀ ਹੈ ਜਾਂ ਪੰਜਾਬ ਖੇਤੀ ਨਾਲ ਜੁੜਿਆ ਹੋਇਆ ਸੈਕਟਰ ਹੈ। ਪੰਜਾਬ ਦੇ ਵਿੱਚ ਹੁਣ ਤੱਕ ਫੂਡ ਪ੍ਰੋਸੈਸਿੰਗ ਦੇ ਕਿੰਨੇ ਕੁ ਯੂਨਿਟ ਹੈ? ਅੱਜ ਵੀ ਜੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਮੂੰਗੀ ਦੀ MSP ਦਿਓ, ਮੂੰਗੀ ਨੂੰ ਮੰਡੀਆਂ ਦੇ ਵਿੱਚੋਂ ਚੱਕਿਆ ਨਹੀਂ ਜਾ ਰਿਹਾ। ਇਹ ਐਡੀ ਕਿੱਡੀ ਕੁ ਗੱਲ ਹੈ, ਕੀ ਪ੍ਰੋਸੈਸਿੰਗ ਉਸ ਦੀ ਹੋਣੀ ਹੈ ਜੇ ਪੈਕ ਕਰਕੇ ਮੂੰਗੀ ਹੈ ਜਿਹੜੀ ਉਹ ਸਿੱਧੇ ਤੌਰ ਤੇ ਸਰਕਾਰ ਆਪਣੇ ਡੀਪੂਆਂ ਰਾਹੀਂ ਉਹਨਾਂ ਨੂੰ ਵਰਤੋਂ ਵਾਲਿਆਂ ਤੱਕ ਪਹੁੰਚਾ ਦੇ। ਪੰਜਾਬ ਦੇ ਵਿੱਚ ਪੋਲਟਰੀ ਇੰਡਸਟਰੀ ਹੈ, ਪੰਜਾਬ ਦੇ ਵਿੱਚ ਮੀਟ ਪ੍ਰੋਸੈਸਿੰਗ ਦੇ ਕਿੰਨੇ ਕੁ ਪਲਾਂਟ ਹੈ, ਪੰਜਾਬ ਦੇ ਵਿੱਚ ਐਗ ਪ੍ਰੋਸੈਸਿੰਗ ਦੇ ਕਿੰਨੇ ਕੁ ਪਲਾਂਟ ਹੈ। ਪੰਜਾਬ ਦੇ ਵਿੱਚ ਇਹਨਾਂ ਨੇ ਬਲੂ ਕ੍ਰਾਂਤੀ ਲਿਆਂਦੀ ਜਿਹਨੂੰ ਮੱਛੀ ਫਾਰਮ ਜਾਂ ਮੱਛੀ ਪਾਲਣ ਦਾ ਕਿੱਤਾ ਕਿਹਾ ਗਿਆ। ਸਾਡੇ ਕੋਲੇ ਫਿਸ਼ਰੀ ਦੀ ਪ੍ਰੋਸੈਸਿੰਗ ਦੇ ਕਿੰਨੇ ਕੁ ਯੂਨਿਟ ਹੈ, ਸਾਡੇ ਕੋਲੇ ਸ਼ੈਲਫ ਲਾਈਫ ਨੂੰ ਵਧਾਉਣ ਵਾਲੇ ਕਿੰਨੇ ਕੁ ਯੂਨਿਟ ਹੈ। ਅਸੀਂ ਪਟਿਆਲੇ ਦੇ ਵਿੱਚ ਬੈਠੇ ਹਾਂ, ਪਟਿਆਲੇ ਦੇ ਗੁਆਂਢ ਦੇ ਵਿੱਚ ਸਾਡੇ ਬਹੁਤ ਸਾਰੀਆਂ ਵੈਜੀਟੇਬਲ ਹੁੰਦੀਆਂ, ਮਟਰਾਂ ਦੀ ਖੇਤੀ ਹੁੰਦੀ ਹੈ, ਟਮਾਟਰ ਸੜਕਾਂ ਤੇ ਸਿੱਟੇ ਪਏ ਮੈਂ ਖੁਦ ਦੇਖੇ ਹੈ। ਸਾਡੇ ਕੋਲੇ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਚੀਜ਼ਾਂ ਹੁੰਦੀਆਂ ਕਿੰਨੇ ਕੁ ਪ੍ਰੋਸੈਸਿੰਗ ਪਲਾਂਟ ਹੈ। ਇਸ ਕਰਕੇ ਮੈਂ ਇਹ ਕਹਿਣਾ ਹੈ ਕਿ ਸਾਡੇ ਜਿਹੜੀ ਬੇਸਿਕ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟਮੈਂਟ ਕਰਨ ਦੀ ਲੋੜ ਹੈ। ਉਧਰਲੇ ਪਾਸੇ ਸਾਡੀਆਂ ਸਰਕਾਰਾਂ ਨਹੀਂ ਜਾ ਰਹੀਆਂ, ਉਧਰਲੇ ਪਾਸੇ ਧਿਆਨ ਨਹੀਂ ਦੇ ਰਹੀਆਂ। ਇਸ ਕਰਕੇ ਜਿਹੜੀ ਪ੍ਰਾਈਵੇਟ ਸੈਕਟਰ ਦੀ ਇੰਪਲੋਇਮੈਂਟ ਦੀ ਗੱਲ ਹੈ ਉਹ ਵੀ ਬਿਲਕੁਲ ਲਾਰੇ ਵਾਲੀ ਗੱਲ ਹੈ। ਤੁਹਾਡੇ ਯਾਦ ਹੋਣਾ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੋਇਆ ਜਦੋਂ ਪੈਪਸੀ ਪੰਜਾਬ ਦੇ ਵਿੱਚ ਆਈ ਤਾਂ ਕਿਹਾ ਗਿਆ ਕਿ ਹੁਣ ਆਲੂ ਅਤੇ ਟਮਾਟਰ ਹੈ ਜਿਹੜੇ ਉਹ ਸਾਰੇ ਪੈਪਸੀ ਨੇ ਲੈਣੇ ਆ ਤੇ ਕਿਸਾਨ ਖੁਸ਼ਹਾਲ ਹੋ ਜਾਣਗੇ। ਕਿੰਨੇ ਕੁ ਆਲੂ ਤੇ ਟਮਾਟਰ ਪੈਪਸੀ ਕੋਲੇ ਜਾਂਦੇ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਜਦੋਂ ਰਿਲਾਇੰਸ ਫਰੈਸ਼ ਪੰਜਾਬ ਦੇ ਵਿੱਚ ਉਹਨਾਂ ਨੇ ਲਾਇਸੈਂਸ ਲੈਣਾ ਸੀ ਤਾਂ ਕਿਹਾ ਗਿਆ ਕਿ ਕਿਸਾਨਾਂ ਦੇ ਜਿਹੜੇ ਵੈਜੀਟੇਬਲ ਹੈ ਉਹਨਾਂ ਨੂੰ ਰਿਲਾਇੰਸ ਦੇ ਸਟੋਰਾਂ ਤੇ ਵੇਚਿਆ ਜਾਇਆ ਕਰੂਗਾ ਤੇ ਉਹਨਾਂ ਨੂੰ ਕੁਝ ਛੋਟ ਵੀ ਦਿੱਤੀ। ਉਹਨਾਂ ਸਟੋਰਾਂ ਦੇ ਉੱਪਰ ਪੰਜਾਬ ਦੀ ਕਿੰਨੀ ਕੁ ਵੈਜੀਟੇਬਲ ਕਿਸਾਨਾਂ ਦੀ ਵਿਕ ਰਹੀ ਹੈ ਇਹਦਾ ਸਾਨੂੰ ਸਾਰਿਆਂ ਨੂੰ ਪਤਾ ਹੈ। ਇਸ ਕਰਕੇ ਜਿਹੜਾ ਪ੍ਰਾਈਵੇਟ ਇੰਟਰਪ੍ਰੈਨਿਓਰ ਹੈ ਉਸ ਦਾ ਜਿਹੜਾ ਕੇਂਦਰ ਹੈ ਉਹ ਸੋਸ਼ਲ ਵੈਲਫੇਅਰ ਨਹੀਂ ਹੁੰਦਾ। ਪ੍ਰਾਈਵੇਟ ਇੰਟਰਪ੍ਰੈਨਿਓਰ ਦਾ ਕੰਮ ਹੈ ਜਿਹੜਾ ਉਹ ਕਿਸੇ ਨੂੰ ਇੰਪਲੋਇਮੈਂਟ ਦੇਣਾ ਨਹੀਂ ਹੁੰਦਾ। ਪ੍ਰਾਈਵੇਟ ਇੰਟਰਪ੍ਰੈਨਿਓਰ ਦਾ ਕੰਮ ਹੁੰਦਾ ਹੈ ਕਿ ਉਹ ਆਪਣੇ ਮਨੀ ਨੂੰ ਮਲਟੀਪਲਾਈ ਕਿਵੇਂ ਕਰੇ। ਰਿਲਾਇੰਸ ਨੇ ਪੰਜਾਬ ਦੇ ਵਿੱਚ ਪੰਪ ਲਾਏ, ਜਿੰਨਾ ਚਿਰ ਹਾਲਾਤ ਸੂਟੇਬਲ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਪ੍ਰੋਫਿਟ ਘੱਟ ਹੈ। ਮੈਂ ਖੁਦ ਦੇਖਿਆ ਮੇਨ ਰੋਡ ਦੇ ਉੱਪਰ ਉਹਨਾਂ ਦੇ ਉੱਪਰ ਕੱਪੜਾ ਲਪੇਟ ਕੇ ਕਈ ਸਾਲ ਉਹ ਬੰਦ ਪਏ ਰਹੇ। ਜਦੋਂ ਹਾਲਾਤ ਖੁਸ਼ਗਵਾਰ ਹੋਏ ਉਹਨਾਂ ਨੇ ਚਲਾਤੇ, ਕੱਲ ਨੂੰ ਹਾਲਾਤ ਬਦਲਦੇ ਆ ਤਾਂ ਉਹ ਫਿਰ ਉਸ ਨੂੰ ਉਸੇ ਤਰੀਕੇ ਨਾਲ ਕਰ ਦੇਣਗੇ। ਇਸ ਕਰਕੇ ਜਿਹੜੀ ਇੰਪਲੋਇਮੈਂਟ ਗਰੰਟੀ ਹੈ, ਪੱਕੀ ਇੰਪਲੋਇਮੈਂਟ ਹੈ, ਇਹ ਪਬਲਿਕ ਸੈਕਟਰ ਦੇ ਵਿੱਚ ਹੀ ਮਿਲ ਸਕਦੀ ਹੈ। ਪਬਲਿਕ ਸੈਕਟਰ ਹੈ ਜਿਹੜਾ ਅਸੀਂ ਲਗਾਤਾਰ ਖੋਰਦੇ ਜਾ ਰਹੇ ਹਾਂ। ਪੰਜਾਬ ਦੇ ਵਿੱਚ ਜਿਹੜਾ ਥੋੜਾ ਬਹੁਤਾ ਪਬਲਿਕ ਸੈਕਟਰ ਬਚਿਆ ਹੈ ਉਸ ਨੂੰ ਜਾਂ ਤਾਂ ਉਹਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਅਸੀਂ ਕੇਂਦਰ ਦੇ ਵਿੱਚ ਲੈ ਜਾਾਂਗੇ, ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਨਾ ਦਿਓ, ਹੌਲੀ ਹੌਲੀ ਵਿਕਣ ਕਿਨਾਰੇ ਹੋ ਕੇ ਉਧਰ ਚਲੀ ਜਾਊਗੀ। ਹਸਪੀਟਲ ਹੈ ਜਿਹੜੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰ ਦਿਓ। ਸੜਕਾਂ ਤਕਰੀਬਨ ਪ੍ਰਾਈਵੇਟਾਈਜ਼ ਹੋ ਹੀ ਗਈਆਂ। ਸਾਰੀਆਂ ਸੜਕਾਂ ਦੇ ਉੱਪਰ ਜਦੋਂ ਤੁਸੀਂ ਸਫ਼ਰ ਕਰਦੇ ਹੋ ਤਾਂ ਉਹਦਾ ਪਹਿਲਾਂ ਕਿਰਾਇਆ ਦਿੰਦੇ ਹੋ ਟੋਲ ਦੇ ਰੂਪ ਦੇ ਵਿੱਚ, ਤੇ ਜਿਹੜੀ ਸਰਕਾਰ ਹੈ ਸਾਡੇ ਤੋਂ ਟੈਕਸ ਲੈਂਦੀ ਸੀ ਉਸ ਦੇ ਜਿਹੜੇ ਦਾਅਵੇ ਸੀ ਹੁਣ ਤਾਂ ਸਰਕਾਰ ਕੋਲੇ ਪੈਸਾ ਵੱਧ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੇ ਸਿਹਤ ਨੂੰ ਪ੍ਰਾਈਵੇਟ ਕਰਤਾ, ਉਹਨਾਂ ਨੇ ਟਰਾਂਸਪੋਰਟ ਨੂੰ ਪ੍ਰਾਈਵੇਟ ਕਰਤਾ, ਬਹੁਤ ਸਾਰੇ ਹੋਰ ਸੈਕਟਰ ਵੀ ਪ੍ਰਾਈਵੇਟ ਕਰਤੇ। ਇਸ ਕਰਕੇ ਇੰਪਲੋਇਮੈਂਟ ਤਾਂ ਕਿਤੇ ਨਜ਼ਰ ਨਹੀਂ ਆ ਰਹੀ, ਵਿਕਾਸ ਕਿਤੇ ਨਜ਼ਰ ਨਹੀਂ ਆ ਰਿਹਾ। ਕਰਜ਼ਾ ਜਿਹੜਾ ਸਾਡੇ ਵੱਧ ਰਿਹਾ ਹੈ, ਜੇ ਅਸੀਂ ਵਿਕਾਸ ਕਰਦੇ ਹੋਈਏ ਤਾਂ ਸਾਡੇ ਸੂਬੇ ਨੂੰ ਜਾਂ ਸਾਡੇ ਮੁਲਕ ਨੂੰ ਅੱਗੇ ਵਧਣਾ ਚਾਹੀਦਾ ਸੀ। ਇੰਪਲੋਇਮੈਂਟ ਦੀ ਭਾਲ ਦੇ ਵਿੱਚ ਜਿੱਥੇ ਅੱਗੇ ਸਾਡੇ ਡਾਕਟਰ, ਇੰਜੀਨੀਅਰ ਜਾਂ ਸੀਨੀਅਰ ਟੈਕਨੋਕ੍ਰੇਟ IT ਸੈਕਟਰ ਦੇ ਅਮਰੀਕਾ ਕੈਨੇਡਾ ਦੇ ਵਿੱਚ ਜੌਬ ਲਈ ਜਾਂਦੇ ਸੀ, ਅੱਜ ਹਾਲਾਤ ਇਹ ਬਣ ਗਈ ਕਿ +2 ਤੋਂ ਬਾਅਦ ਬੱਚੇ ਆ ਜਿਹੜੇ ਉੱਥੇ ਲੇਬਰ ਕਰਨ ਵਾਸਤੇ, ਟਰੱਕ ਚਲਾਉਣ ਵਾਸਤੇ, ਸਟੋਰ ਤੇ ਕੰਮ ਕਰਨ ਵਾਸਤੇ ਜਾ ਰਹੇ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਇਹ ਹੋਇਆ ਹੈ ਕਿ ਅਸੀਂ ਬਾਹਰ ਅਨਸਕਿਲਡ ਲੇਬਰ ਭੇਜ ਰਹੇ ਹਾਂ, ਪੰਜਾਬ ਦਾ ਫੰਡ ਬਾਹਰ ਜਾ ਰਿਹਾ ਹੈ। ਜੇ ਉਸ ਫੰਡ ਨੂੰ ਅਸੀਂ ਇੱਥੇ ਯੂਟਿਲਾਈਜ਼ ਕਰਕੇ ਲੋਕਾਂ ਨੂੰ ਥੋੜਾ ਖੁਸ਼ਹਾਲ ਜੀਵਨ ਦੇਣ ਦੇ ਵਿੱਚ ਕਾਮਯਾਬ ਹੁੰਦੇ ਤਾਂ ਸ਼ਾਇਦ ਉਹ ਸਾਰਾ ਕੁਝ ਰੁਕ ਜਾਂਦਾ। ਪਰ ਇਸ ਪਾਸੇ ਵੱਲ ਨੂੰ ਚੱਲਦੀਆਂ ਨਜ਼ਰ ਨਹੀਂ ਨਾ ਆਉਂਦੀਆਂ। ਲੋਕ ਤਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਨੇ ਕਿ ਬੱਚੇ ਇੱਥੇ ਰਹਿਣ। ਮੈਂ ਸੰਧੂ ਸਾਹਿਬ ਜਿਹੜਾ ਅਗਲਾ ਸਵਾਲ ਹੈ, ਕਿਉਂਕਿ ਗੱਲ ਜਦੋਂ ਪੰਜਾਬ ਦੀ ਤੁਰਦੀ ਹੈ ਤਾਂ ਪੰਜਾਬ ਦੇ ਨਾਲ ਜੁੜੀਆਂ ਹੋਰ ਵੀ ਬੜੀਆਂ ਸਮੱਸਿਆਵਾਂ ਨੇ। ਕੱਲੀਆਂ ਇਹ ਨਹੀਂ ਕਿ ਤੁਸੀਂ ਆਰਥਿਕ ਤੌਰ ਉੱਤੇ ਗੱਲ ਕਰ ਲਓ, ਬਾਕੀ ਸਿਆਸੀ ਤੌਰ ਦੇ ਉੱਤੇ, ਰਾਜਨੀਤਿਕ ਤੌਰ ਤੇ ਵੀ ਬੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲ ਜਿਹੜਾ
ਉਹ ਹੋਰ ਵੀ ਪੇਚੀਦਾ ਹੁੰਦਾ ਜਾ ਰਿਹਾ ਕਿ ਨਿਕਲਦਾ ਨਜ਼ਰ ਨਹੀਂ ਆਉਂਦਾ। ਜਦੋਂ ਗੱਲ ਅਸੀਂ ਚੰਡੀਗੜ੍ਹ ਦੀ ਕਰਦੇ ਹਾਂ ਕਿ ਸਾਡਾ ਚੰਡੀਗੜ੍ਹ ਹੈ, ਜਦੋਂ ਗੱਲ ਪੰਜਾਬ ਦੀ ਹੋਂਦ ਦੀ ਹੁੰਦੀ ਹੈ, ਮੈਨੂੰ ਲੱਗਦਾ ਇਹਨੂੰ ਡਿਫਾਈਨ ਕਰਨ ਦੀ ਲੋੜ ਹੈ ਕਿ ਪੰਜਾਬ ਦੀ ਹੋਂਦ ਦਾ ਮਸਲਾ ਕੀ ਹੈ, ਆਖਰਕਾਰ ਕੀ ਹੈ ਜਿਹੜਾ ਅੱਜ ਦੇ ਨੌਜਵਾਨਾਂ ਨੂੰ ਨਹੀਂ ਦੱਸਿਆ ਗਿਆ, ਜਿਹੜਾ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ। ਜਦੋਂ ਗੱਲ ਚੰਡੀਗੜ੍ਹ ਦੀ ਤੁਰਦੀ ਹੈ, ਹੁਣ ਮੁੱਖ ਮੰਤਰੀ ਸਾਹਿਬ ਦੀ ਕਹਿੰਦੇ ਇੱਕ ਬਿਆਨ, ਮਤਲਬ ਕਿ ਉਹਨਾਂ ਵੱਲੋਂ ਇੱਕ ਚੀਫ ਜਸਟਿਸ ਸਾਹਿਬ ਜਿਹੜੇ ਹਾਈ ਕੋਰਟ ਦੇ ਨੇ, ਉਹਨਾਂ ਦੇ ਅੱਗੇ ਇਹ ਗੱਲ ਕਹੀ ਗਈ ਕਿ ਸਾਨੂੰ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਨਵੀਂ ਹਾਈ ਕੋਰਟ ਬਣਾ ਦਿਓ। ਹਰਿਆਣੇ ਵਾਲੇ ਵੀ ਅੱਡੀਆਂ ਚੱਕ ਕੇ ਬੈਠੇ ਨੇ ਕਿ ਛੇਤੀ ਤੋਂ ਛੇਤੀ ਪੰਜਾਬ ਦਾ ਹੱਕ ਜਿਹੜਾ ਆ ਚੰਡੀਗੜ੍ਹ ਤੋਂ ਜਾਂਦਾ ਲੱਗੇ। ਇਹ ਮਸਲੇ ਇਹੋ ਜਿਹੇ ਨੇ ਜਿਹੜੇ ਵਿਕਾਸ ਦੇ ਨਾਲ ਨਾਲ ਸਿਆਸੀ ਤੌਰ ਉੱਤੇ ਵੀ ਪੰਜਾਬ ਦੇ ਵਿੱਚ ਐਡਰੈਸ ਹੁੰਦੇ ਨੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਜਿਹੜਾ ਚੰਡੀਗੜ੍ਹ ਜਦੋਂ ਬਣਾਇਆ ਗਿਆ ਸੀ, ਉਹ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ। ਉਦੋਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਗੱਲ ਵੀ ਚੱਲੀ ਸੀ ਕਿ ਹੌਲੀ ਹੌਲੀ ਇਹ ਪੰਜਾਬ ਨੂੰ ਦੇ ਦਿੱਤਾ ਜਾਊਗਾ। ਵਿਹਾਰਕ ਤੌਰ ਤੇ ਜੇ ਦੇਖਿਆ ਜਾਵੇ ਤਾਂ ਹਰਿਆਣੇ ਨੂੰ ਕਿਸੇ ਪਾਸਿਓਂ ਵੀ ਚੰਡੀਗੜ੍ਹ ਰਾਜਧਾਨੀ ਦੇ ਤੌਰ ਤੇ ਸੂਟ ਨਹੀਂ ਕਰਦਾ। ਹਰਿਆਣੇ ਦੀ ਦੂਸਰੀ ਬੈਲਟ ਬਹੁਤ ਦੂਰ ਤੱਕ ਚਲੀ ਜਾਂਦੀ ਹੈ, ਜਿਹੜੇ ਲੋਕ ਇੱਥੇ ਆਉਂਦੇ ਹੈ। ਹੌਲੀ ਹੌਲੀ ਸਰਕਾਰਾਂ ਨੇ ਕੀ ਕੀਤਾ ਕਿ ਨਾ ਸਿਰਫ ਚੰਡੀਗੜ੍ਹ ਬਲਕਿ ਬਹੁਤ ਸਾਰੀਆਂ ਜਿਹੜੇ ਛੋਟੇ ਰਾਜ ਹੈ ਉਹਨਾਂ ਨੂੰ ਵੀ ਯੂਟੀ ਬਣਾਉਣ ਦੇ ਚੱਕਰ 'ਚ ਪਏ ਹੋਏ ਹੈ। ਅੱਜ ਹਰ ਚੀਜ਼ ਹੈ ਜਿਹੜੀ ਉਹਦਾ ਕੇਂਦਰੀਕਰਨ ਕੀਤਾ ਜਾ ਰਿਹਾ, ਉਹਦਾ ਏਕੀਕਰਨ ਕੀਤਾ ਜਾ ਰਿਹਾ ਹੈ। ਰਾਸ਼ਟਰੀਅਤਾ ਦੇ ਨਾਂ ਤੇ ਜਾਂ ਰਾਸ਼ਟਰ ਦੇ ਨਾਂ ਤੇ ਜਿਹੜੇ ਸੂਬੇ ਆ, ਸੂਬਿਆਂ ਦੇ ਸੱਭਿਆਚਾਰ ਹੈ, ਸੂਬਿਆਂ ਦੀ ਭਾਸ਼ਾ ਹੈ, ਉਸ ਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ ਨਾਲ ਵਾਪਰ ਇਹ ਰਿਹਾ ਹੈ ਕਿ ਜਿਹੜੇ ਸਬ ਕਲਚਰ ਹੈ, ਜਿਹੜੇ ਛੋਟੇ ਕਲਚਰ ਹੈ, ਉਹ ਖਤਰੇ ਦੇ ਵਿੱਚ ਆਏ ਹੋਏ ਹੈ। ਜਿਹੜਾ ਸਾਡਾ ਹਿੰਦੁਸਤਾਨ ਦਾ ਢਾਂਚਾ ਹੈ, ਇਹ ਸੰਘੀ ਢਾਂਚਾ ਹੈ। ਸੰਘੀ ਢਾਂਚਾ ਇਸ ਕਰਕੇ ਬਣਿਆ ਸੀ ਕਿ ਸਾਡੇ ਮੁਲਕ ਦੇ ਵਿੱਚ ਸੂਬਿਆਂ ਦੀ ਵੰਡ ਹੈ ਜਿਹੜੀ ਉਹ ਭਾਸ਼ਾ ਦੇ ਆਧਾਰ ਤੇ ਕੀਤੀ ਗਈ ਸੀ। ਭਾਸ਼ਾ ਇਕੱਲੀ ਉਹ ਨਹੀਂ ਹੁੰਦੀ ਜਿਹੜੀ ਬੋਲੀ ਜਾਂਦੀ ਹੈ, ਭਾਸ਼ਾ ਦੇ ਨਾਲ ਤੁਹਾਡਾ ਸੱਭਿਆਚਾਰ, ਤੁਹਾਡਾ ਅਧਿਆਤਮਕ ਪੱਖ, ਤੁਹਾਡੀ ਦਿੱਖ, ਬਹੁਤ ਕੁਝ ਜੁੜਿਆ ਹੁੰਦਾ ਹੈ। ਜੇ ਉਹ ਸਾਰੇ ਪੱਖ ਹੈ ਜਿਹੜੇ, ਉਹਨਾਂ ਸਾਰੇ ਪੱਖਾਂ ਨੂੰ ਜਿਉਂਦਾ ਰੱਖਣਾ ਹੈ ਤਾਂ ਕਿਸੇ ਵਿਸ਼ੇਸ਼ ਖਿੱਤੇ ਦੇ ਵਿੱਚ ਉਹਨਾਂ ਲੋਕਾਂ ਲਈ ਕੁਝ ਜਗ੍ਹਾ ਵੀ ਹੋਣੀ ਚਾਹੀਦੀ ਹੈ। ਹੁਣ ਹਾਲਾਤ ਇਹ ਬਣੇ ਹੋਏ ਹੈ ਕਿ ਹਰ ਤਰੀਕੇ ਨਾਲ ਹਰ ਚੀਜ਼ ਦਾ ਕੇਂਦਰੀਕਰਨ ਕਰਨ ਵੱਲ ਅਸੀਂ ਤੁਰੇ ਹੋਏ ਹਾਂ। ਉਹਦੇ ਨਾਲ ਕੀ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਬੱਚਿਆਂ ਨੂੰ ਇਹ ਮਹਿਸੂਸ ਹੋਣਾ ਹੀ ਹਟ ਜੇ ਕਿ ਸਾਡਾ ਅਲੱਗ ਤੋਂ ਸੱਭਿਆਚਾਰ ਕੀ ਸੀ, ਸਾਡੀ ਅਲੱਗ ਤੋਂ ਭਾਸ਼ਾ ਕੀ ਸੀ। ਕਈ ਵਾਰ ਇਹ ਤਰਕ ਵੀ ਦਿੱਤਾ ਜਾਂਦਾ ਹੈ ਕਿ ਜੇ ਅਸੀਂ ਬਹੁ ਭਾਸ਼ੀ ਜਾਂ ਛੋਟੀਆਂ ਨੇਸ਼ਨਸ ਹੈ ਜਿਹੜੀਆਂ, ਉਹਨਾਂ ਦੀ ਹਸਤੀ ਨੂੰ ਜਿਉਂਦਾ ਰੱਖਾਂਗੇ ਤਾਂ ਉਹਦੇ ਨਾਲ ਰਾਸ਼ਟਰਵਾਦ 'ਚ ਕਿਤੇ ਕਮੀ ਆਉਂਦੀ ਹੈ। ਮੈਨੂੰ ਲੱਗਦਾ ਹੈ ਬੜਾ ਹੀ ਬੇਤੁਕਾ ਸਵਾਲ ਹੈ। ਜੇ ਬਹੁਤ ਸਾਰੀਆਂ ਕੌਮੀਅਤਾਂ ਰਲ ਕੇ ਇੱਕ ਰਾਸ਼ਟਰ ਦਾ ਨਿਰਮਾਣ ਨਹੀਂ ਕਰ ਸਕਦੀਆਂ ਤਾਂ ਮੰਨਿਆ ਜਾਂਦਾ ਜਾਂ ਕਿਹਾ ਜਾਂਦਾ ਹੈ ਭੁਲੇਖਾ ਪਾਉਣ ਲਈ ਕਿ ਉਹਦੇ ਨਾਲ ਦੇਸ਼ ਕਮਜ਼ੋਰ ਹੁੰਦਾ ਹੈ। ਦੇਸ਼ ਨੂੰ ਬਾਹਰੀ ਤਾਕਤਾਂ ਦਾ ਮੁਕਾਬਲਾ ਕਰਨ ਵਾਸਤੇ ਇਕਜੁੱਟ ਹੋਣ ਦੇ ਵਿੱਚ ਸਮੱਸਿਆ ਆਉਂਦੀ ਹੈ। ਜੇ ਇਸ ਕਾਰਨ ਸਮੱਸਿਆ ਆਉਂਦੀ ਹੁੰਦੀ ਤਾਂ ਜਿੰਨੀ ਮਾਈਗ੍ਰੇਸ਼ਨ ਅਮਰੀਕਾ ਦੇ ਵਿੱਚ ਹੋਈ ਹੈ, ਜਿੰਨੀਆਂ ਡਿਫਰੈਂਟ ਕੌਮਾਂ ਅਮਰੀਕਾ ਦੇ ਵਿੱਚ ਜਾ ਕੇ ਰਹਿ ਰਹੀਆਂ, ਤਾਂ ਉਹ ਤਾਂ ਸਭ ਤੋਂ ਕਮਜ਼ੋਰ ਮੁਲਕ ਹੋਣਾ ਸੀ। ਕੈਨੇਡਾ ਦੀ ਮਲਟੀ ਕਲਚਰਲ ਸੁਸਾਇਟੀ ਹੈ। ਕੈਨੇਡਾ ਦੇ ਵਿੱਚ ਤੁਹਾਨੂੰ ਹਰ ਤੀਸਰੇ ਘਰ ਦੇ ਵਿੱਚ ਕਿਸੇ ਵੀ ਵਿਸ਼ਵ ਦੇ ਅੱਡ-ਅੱਡ ਕੋਨੇ 'ਚੋਂ ਆਇਆ ਹੋਇਆ ਵਿਅਕਤੀ ਮਿਲ ਜੂਗਾ। ਕੀ ਉੱਥੇ ਰੋਜ਼ ਦੰਗੇ ਹੁੰਦੇ ਆ? ਕੀ ਉੱਥੇ ਰੋਜ਼ ਲੜਾਈਆਂ ਹੁੰਦੀਆਂ? ਨਹੀਂ ਹੁੰਦੀਆਂ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਏਜੰਡੇ ਕੁਝ ਹੋਰ ਹੁੰਦੇ ਆ, ਪ੍ਰੋਜੈਕਟ ਹੋਰ ਤਰੀਕੇ ਨਾਲ ਕੀਤਾ ਜਾਂਦਾ ਹੈ। ਜਿਹੜਾ ਤੁਹਾਡਾ ਸਵਾਲ ਹੈ, ਜੇ ਅਸੀਂ ਚੰਡੀਗੜ੍ਹ ਦੀ ਰਾਜਧਾਨੀ ਅਲੱਗ ਬਣਾਉਣ ਦੀ ਗੱਲ ਕਰੀਏ ਤਾਂ ਉਹਦੇ ਨਾਲ ਮਸਲੇ ਉਲਝ ਜਾਂਦੇ ਆ। ਮਸਲੇ ਉਲਝ ਇਸ ਕਰਕੇ ਜਾਂਦੇ ਆ ਕਿ ਫਿਰ ਮਤਾ ਆਨੰਦਪੁਰ ਸਾਹਿਬ ਵਰਗੀਆਂ ਗੱਲਾਂ ਸਾਹਮਣੇ ਆਉਂਦੀਆਂ, ਫਿਰ ਸੂਬਿਆਂ ਦੇ ਵੱਧ ਅਧਿਕਾਰਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ, ਫਿਰ ਦੇਸ਼ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਅਲੱਗ ਤੋਂ ਹੱਕ ਮੰਗਦੇ ਆ ਉਹਨਾਂ ਨੂੰ ਸਨੱਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਸਾਰੇ ਵਿਅਕਤੀ ਇਹ ਤਸਲੀਮ ਕਰਦੇ ਆ ਕਿ ਅਸੀਂ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ ਵਿੱਚ ਰਹਿ ਕੇ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਭਾਸ਼ਾ ਨੂੰ, ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਉਸ ਨੂੰ ਤੋੜਨ ਵੱਲ, ਉਸ ਨੂੰ ਸਨੱਬ ਕਰਨ ਵੱਲ, ਉਸ ਨੂੰ ਅਨਅਧਿਕਾਰਤ ਕਰਨ ਵੱਲ ਨਹੀਂ ਲੈ ਜਾਣਾ ਚਾਹੀਦਾ। ਜੇ ਹੁਣ ਤੱਕ ਸਾਡਾ ਚੰਡੀਗੜ੍ਹ ਨਹੀਂ ਮਿਲਿਆ, ਪਾਣੀਆਂ ਦਾ ਮਸਲਾ ਨਹੀਂ ਹੱਲ ਹੋਇਆ, ਭਾਸ਼ਾ ਬੋਲਦੇ ਇਲਾਕਿਆਂ ਦਾ ਮਸਲਾ ਨਹੀਂ ਹੱਲ ਹੋਇਆ, ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਸ਼ਰਿੰਕ ਕਰਨ ਦੀ ਗੱਲ ਹੋ ਰਹੀ ਹੈ। ਪਹਿਲਾਂ ਜਿਹੜਾ ਪੰਜਾਬ ਹੈ ਕਈ ਛੋਟੇ-ਛੋਟੇ ਖਿੱਤਿਆਂ ਦੇ ਵਿੱਚ ਵੰਡਿਆ ਗਿਆ। ਕਿਸੇ ਜ਼ਮਾਨੇ ਦੇ ਵਿੱਚ ਕਾਂਗੜਾ, ਜਿਹੜਾ ਕਾਂਗੜੀ ਭਾਸ਼ਾ ਪੰਜਾਬੀ ਦੀ ਉਪਭਾਸ਼ਾ ਸੀ। ਜੰਮੂ ਦੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਡੋਗਰੀ ਪੰਜਾਬੀ ਦੀ ਉਪਭਾਸ਼ਾ ਸੀ। ਲਹਿੰਦੇ ਪੰਜਾਬ ਦੀ ਭਾਸ਼ਾ ਲਹਿੰਦੀ ਪੰਜਾਬੀ ਦੀ ਉਪਭਾਸ਼ਾ ਸੀ। ਹੌਲੀ-ਹੌਲੀ ਜਿਹੜੀਆਂ ਇਹ ਸਾਰੀਆਂ ਭਾਸ਼ਾਵਾਂ ਹੈ, ਇਹ ਕੇਂਦਰੀਕਰਨ ਵਾਲੇ ਮਸਲੇ ਕਰਕੇ ਮਰਦੀਆਂ ਜਾ ਰਹੀਆਂ।
ਕਦੇ ਪਾਣੀਆਂ ਦੀ ਸਮੱਸਿਆ ਆ ਜਾਂਦੀ ਹੈ। ਮੈਨੂੰ ਕਦੇ-ਕਦੇ ਇਹ ਲੱਗਦਾ ਹੈ ਕਿ ਦੇਸ਼ ਦੇ ਵਿਕਾਸ ਦੀ ਥਾਂ ਤੇ ਜਿਹੜੇ ਅਨਇੰਪੋਰਟੈਂਟ ਮੁੱਦੇ ਆ ਉਹਨਾਂ ਨੂੰ ਉਭਾਰ ਕੇ, ਜਿਨ੍ਹਾਂ ਦੀ ਕੋਈ ਐਡੀ ਲੋੜ ਨਹੀਂ, ਉਹਨਾਂ ਨੂੰ ਉਭਾਰ ਕੇ ਲੋਕਾਂ ਦਾ ਧਿਆਨ ਉਸ ਪਾਸੇ ਕੀਤਾ ਜਾਂਦਾ ਹੈ, ਤਾਂ ਕਿ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀ, ਲੋਕ ਨੌਕਰੀ ਨਾ ਮੰਗਣ, ਲੋਕ ਤੁਹਾਡੇ ਤੋਂ ਇਹ ਨਾ ਪੁੱਛਣ ਕਿ ਵਿਕਾਸ ਵਾਸਤੇ ਤੁਸੀਂ ਕੀ ਕਰ ਰਹੇ ਹੋ, ਜਾਂ ਪਹਿਲੀਆਂ ਸਰਕਾਰਾਂ ਨੇ ਵਿਕਾਸ ਵਾਸਤੇ ਕੀ ਕੀਤਾ। ਇਸ ਸਾਰੇ ਨੂੰ ਲੋਕਲ ਡਿਬੇਟ ਦੇ ਵਿੱਚ ਪਾ ਕੇ, ਨੈਸ਼ਨਲਿਜ਼ਮ ਦੀ ਡਿਬੇਟ ਦੇ ਵਿੱਚ ਪਾ ਕੇ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੁਖਵਿੰਦਰ ਜੀ ਸੰਧੂ ਸਾਹਿਬ, ਜਦੋਂ ਗੱਲ ਆਉਂਦੀ ਹੈ ਕਿ ਤਮਾਸ਼ਾ ਮਤਲਬ ਕਿ ਲੋਕਾਂ ਨੂੰ ਦੇਖਣ ਲਈ ਮਜਬੂਰ ਕੀਤਾ ਜਾਂਦਾ ਹੈ, ਇਹਦੇ ਪਿੱਛੇ ਕੀ ਕਾਰਨ ਮੰਨਿਆ ਜਾਏ? ਲੋਕ ਵੀ ਉਸ ਤਮਾਸ਼ੇ ਦਾ ਹਿੱਸਾ ਬਣ ਜਾਂਦੇ ਨੇ ਕਈ ਵਾਰ, ਜੋ ਕੁਝ ਸਰਕਾਰਾਂ ਕਰਦੀਆਂ ਨੇ ਕਿ ਅਸੀਂ ਆਹ ਦੇ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਇਹਦੇ ਵਿੱਚ ਕਿਤੇ ਨਾ ਕਿਤੇ ਤਾਂ ਹੱਲ ਹੋਏਗਾ ਨਾ ਇਸ ਸਮੱਸਿਆ ਦਾ। ਦੇਖੋ, ਇੱਕ ਚੀਜ਼ ਕਹਿੰਦੇ ਆ ਫਾਲਸ ਹੋਪ। ਲੋਕਾਂ ਨੂੰ ਤੁਸੀਂ ਫਾਲਸ ਹੋਪ ਉਹਨਾਂ ਦੇ ਵਿੱਚ ਜਗਾ ਦਿਓ, ਜਾਂ ਲੋਕਾਂ ਨੂੰ ਜੋ ਉਹ ਮੰਗ ਰਹੇ ਆ ਉਹ ਨਾ ਦਿਓ, ਜੋ ਉਹ ਨਹੀਂ ਮੰਗ ਰਹੇ ਉਹਨਾਂ ਨੂੰ ਉਹ ਦਿਓ। ਤੁਹਾਡੇ ਯਾਦ ਹੋਣਾ, ਪੱਤਰਕਾਰੀ ਨਾਲ ਜੁੜੇ ਹੋਏ ਹੈ ਤੁਸੀਂ ਲੰਮੇ ਸਮੇਂ ਤੋਂ, ਕਦੇ ਤੁਸੀਂ ਦੇਖਿਆ ਕਿ ਕਿਤੇ ਲੇਡੀਜ਼ ਨੇ ਪ੍ਰੋਟੈਸਟ ਕਰਿਆ ਹੋਵੇ ਕਿ ਸਾਨੂੰ ਬੱਸਾਂ ਵਿੱਚ ਫ੍ਰੀ ਜਾਣ ਦਾ ਮਤਲਬ ਪਾਸ ਦਿਓ? ਕਦੇ ਬੱਚਿਆਂ ਨੇ ਰੈਲੀ ਕਰੀ ਹੈ ਕਿ ਸਾਨੂੰ ਲੈਪਟਾਪ ਦਿਓ ਜਾਂ ਸਾਨੂੰ ਮੋਬਾਈਲ ਫੋਨ ਦਿਓ? ਕਦੇ ਰੈਲੀ ਲੜਕੀਆਂ ਨੇ ਕਰੀ ਹੈ ਕਿ ਸਾਨੂੰ ਬਾਈਸਾਈਕਲ ਦਿਓ? ਜੇ ਇਹ ਸਾਰਾ ਕੁਝ ਨਹੀਂ ਕਦੇ ਮੰਗਿਆ, ਇਹ ਕਿਉਂ ਦਿੱਤਾ ਜਾ ਰਿਹਾ? ਨੌਕਰੀ ਮੰਗ ਰਹੇ ਹੋ, ਕਿਉਂ ਨਹੀਂ ਦਿੱਤੀ ਜਾ ਰਹੀ? ਇਸ ਕਰਕੇ ਕਿਤੇ ਨਾ ਕਿਤੇ ਤਾਂ ਇਹਨਾਂ ਗੱਲਾਂ ਬਾਰੇ ਸੋਚਣ ਦੀ ਲੋੜ ਹੈ ਨਾ, ਕਿ ਅਸੀਂ ਉਹ ਚੀਜ਼ਾਂ ਧੱਕੇ ਨਾਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਲੋਕ ਮੰਗਦੇ ਹੀ ਨਹੀਂ। ਹੁਣ ਕਦੋਂ ਡਿਮਾਂਡ ਉੱਠੀ ਆ, ਮੈਂ ਕੋਈ ਰੈਲੀ ਨਹੀਂ ਸੁਣੀ ਜਿਹਦੇ ਵਿੱਚ ਕਿਹਾ ਗਿਆ ਹੋਵੇ ਕਿ ਸਾਨੂੰ ਕਣਕ ਦੀ ਬਜਾਏ ਆਟਾ ਦਿਓ। ਇਹ ਕਿਤੇ ਵੀ ਮੰਗ ਨਹੀਂ ਆਈ। ਜਿਹੜੀ ਚੀਜ਼ ਉਹ ਮੰਗ ਰਹੇ ਆ ਕਿ ਸਾਨੂੰ ਨੌਕਰੀ ਦਿਓ, ਅਸੀਂ ਟੈਂਕੀਆਂ ਤੇ ਚੜੇ ਬੈਠੇ ਹਾਂ, ਸਾਨੂੰ ਇੰਪਲੋਇਮੈਂਟ ਦਿਓ, ਸਾਡੇ ਸਕੂਲ ਸੁਧਾਰੋ, ਸਾਡੀਆਂ ਮਰ ਰਹੀਆਂ ਸੰਸਥਾਵਾਂ ਨੂੰ ਜਿਉਂਦੀਆਂ ਕਰੋ, ਉਹਨਾਂ ਨੂੰ ਨਹੀਂ ਕੀਤਾ ਜਾ ਰਿਹਾ। ਮਤਲਬ ਇਹ ਹੈ ਕਿ ਹਰ ਵਾਰੀ ਜਦੋਂ ਨਵੀਂ ਸਰਕਾਰ ਨੇ ਆਉਣਾ ਹੈ ਤਾਂ ਨਵੇਂ ਮੁੱਦੇ ਲੈ ਕੇ ਆਉਣੇ ਆ। ਉਹ ਨਵੇਂ ਮੁੱਦਿਆਂ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪੁਰਾਣੇ ਆ ਜਿਹੜੇ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਵੇ, ਜਾਂ ਉਹਨਾਂ ਦਾ ਧਿਆਨ ਇਹੋ ਜਿਹੇ ਮੁੱਦੇ ਵੱਲ ਲਿਜਾਇਆ ਜਾਵੇ ਜਿਹੜਾ ਕੋਈ ਐਡਾ ਇੰਪੋਰਟੈਂਟ ਨਹੀਂ ਹੁੰਦਾ। ਇਹ ਸਿਰਫ ਲੋਕਲ ਲੈਵਲ ਤੇ ਨਹੀਂ, ਅੰਤਰਰਾਸ਼ਟਰੀ ਪੱਧਰ ਤੇ ਵੀ ਇਸ ਕਿਸਮ ਦੇ ਹਾਲਾਤ ਕਈ ਵਾਰੀ ਬਣਾਏ ਜਾਂਦੇ ਆ। ਅਮਰੀਕਾ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤਾ ਕਿ ਵੀਅਤਨਾਮ ਦੀ ਲੜਾਈ ਕਰ ਲਈ, ਇਰਾਕ ਦੀ ਲੜਾਈ ਕਰ ਲਈ, ਅਫਗਾਨਿਸਤਾਨ ਦੇ ਵਿੱਚ ਲੜਾਈ ਕਰ ਲਈ, ਉੱਥੇ ਦੇ ਲੋਕਾਂ ਨੂੰ ਇਹ ਦਿਖਾ ਕੇ ਕਿ ਤੁਹਾਨੂੰ ਬੜਾ ਖਤਰਾ ਹੈ। ਇਸ ਕਰਕੇ ਇੱਕ ਇਹਨੂੰ ਫੀਅਰ ਸਾਈਕੋਸਿਸ ਕਹਿੰਦੇ ਆ, ਇਦਾਂ ਦਾ ਤਿਆਰ ਕਰ ਦਿੱਤਾ ਜਾਂਦਾ ਮਾਹੌਲ ਕਿ ਲੋਕ ਇੱਕ ਡਰ ਦੇ ਵਿੱਚ, ਇੱਕ ਭੈ ਦੇ ਵਿੱਚ, ਜਾਂ ਇੱਕ ਆਸ ਦੇ ਵਿੱਚ ਮਗਰ ਤੁਰੇ ਜਾਣ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਰਾ ਕੁਝ ਬਦਲ ਜਾਊਗਾ। ਜਿਵੇਂ ਹੁਣ ਜਿਹੜੀਆਂ ਪਾਰਟੀਆਂ ਨੇ ਸਰਕਾਰ ਸੰਭੀ ਤਾਂ ਉਸ ਦੇ ਵਿੱਚ ਇਸ ਕਿਸਮ ਦੀ ਪ੍ਰੋਜੈਕਸ਼ਨ ਕੀਤੀ ਗਈ ਕਿ ਸ਼ਾਇਦ ਜਦੋਂ ਰਾਜ ਬਦਲੂਗਾ ਤਾਂ ਸਾਰਾ ਤੰਤਰ ਹੀ ਬਦਲ ਜਾਊਗਾ। ਰਾਜ ਦੀਆਂ ਆਪਣੀਆਂ ਮਜਬੂਰੀਆਂ ਹੁੰਦੀਆਂ, ਉਸ ਦੇ ਵਿੱਚ ਪੈਸਾ ਨਿਸ਼ਚਿਤ ਜਗ੍ਹਾ ਤੋਂ ਆਉਣਾ ਹੁੰਦਾ। ਪੈਸੇ ਦੀ ਆਮਦ ਤੁਸੀਂ ਬਹੁਤ ਜ਼ਿਆਦਾ ਵਧਾ ਨਹੀਂ ਸਕਦੇ, ਨਵੇਂ ਟੈਕਸ ਤੁਸੀਂ ਲਾ ਨਹੀਂ ਸਕਦੇ, ਜਿੰਨੀਆਂ ਮੁਫਤ ਦੀਆਂ ਚੀਜ਼ਾਂ ਦੇਣ ਦਾ ਵਾਅਦਾ ਕੀਤਾ ਉਹਨਾਂ ਲਈ ਪੈਸਾ ਜੁਟਾ ਨਹੀਂ ਸਕਦੇ। ਪਹਿਲਾਂ ਤੋਂ ਜਿਹੜੇ ਨੌਕਰੀ ਕਰ ਰਹੇ ਆ ਉਹਨਾਂ ਦੀ ਤਨਖਾਹ ਦੇਣ ਵਾਸਤੇ ਪੈਸਾ ਰਾਖਵਾਂ ਰੱਖਣਾ ਪੈਂਦਾ ਹੈ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਲਾਰੇ ਲਾਏ ਜਾਂਦੇ ਆ ਤਾਂ ਉਹ ਲਾਰੇ ਲੋਕਾਂ ਨੂੰ ਬਹੁਤ ਲੋਕ ਲੁਭਾਵਣੇ ਲੱਗਦੇ ਆ। ਜਦੋਂ ਫਿਰ ਪੂਰੇ ਕਰਨੇ ਪੈਂਦੇ ਆ, ਫਿਰ ਥੱਲੇ ਕੰਡੀਸ਼ਨਸ ਅਪਲਾਈ ਲਿਖੀਆਂ ਜਾਂਦੀਆਂ ਕਿ ਇਸ ਨੂੰ ਪੂਰਾ ਕਰਨ ਵਾਸਤੇ ਆਹ ਕੰਡੀਸ਼ਨ ਜੇ ਫੁੱਲਫਿਲ ਕਰੋਗੇ ਤਾਂ ਪੂਰੇ ਹੋਣਗੇ। ਤੇ ਅਲਟੀਮੇਟਲੀ ਨਿਕਲਦਾ ਕੀ ਹੈ, ਜਦੋਂ ਹਿਸਾਬ ਕਿਤਾਬ ਹੁੰਦਾ 5 ਸਾਲਾਂ ਬਾਅਦ ਕਿ ਕਿੰਨੇ ਲੋਕਾਂ ਨੂੰ ਨੌਕਰੀ ਮਿਲੀ, ਤਾਂ ਉਦੋਂ ਦੇਖਣ ਨੂੰ ਇਹੀ ਮਿਲਦਾ ਹੈ ਕਿ ਕੁਝ ਨੇਤਾਵਾਂ ਦੇ ਚੰਡੀਗੜ੍ਹ ਦੇ ਨੇੜੇ ਵੱਡੇ ਵੱਡੇ ਫਾਰਮ ਹਾਊਸ ਬਣ ਗਏ। ਦੂਸਰੀਆਂ ਚੋਣਾਂ ਦੇ ਵਿੱਚ ਕੁਝ ਨੇਤਾਵਾਂ ਦੀ ਆਮਦਨੀ ਹੈ ਜਿਹੜੀ ਪਹਿਲਾਂ ਨਾਲੋਂ ਦੁੱਗਣੀ ਹੋ ਗਈ। ਤੇ ਲੋਕਾਂ ਦਾ ਜਿਹੜਾ ਜੀਵਨ ਪੱਧਰ ਹੈ, ਜਦੋਂ ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਉਹ ਦੇਖਿਆ ਜਾਂਦਾ ਕਿ ਪੰਜਾਬ ਪਹਿਲੇ ਨੰਬਰ ਤੋਂ ਖਿਸਕਦਾ ਪਿੱਛੇ ਚਲਿਆ ਗਿਆ। ਪੰਜਾਬ ਦਾ ਕਰਜ਼ਾ ਜਿਹੜਾ ਉਹ ਵੱਧਦਾ ਅੱਗੇ ਚਲਿਆ ਗਿਆ। ਇਹ ਸਾਰੀਆਂ ਚੀਜ਼ਾਂ ਨੂੰ ਲੋਕਾਂ ਨੂੰ ਸੋਚਣਾ ਚਾਹੀਦਾ ਹੈ, ਵਿਚਾਰ ਕਰਨੀ ਚਾਹੀਦੀ ਹੈ। ਜਦੋਂ ਆਪਣੇ ਨੇਤਾ ਨੂੰ ਚੁਣਦੇ ਆ, ਭਾਵੁਕਤਾ ਘੱਟ, ਸਿਆਣਪ ਵੱਧ ਦਿਖਾਉਣੀ ਚਾਹੀਦੀ ਹੈ। ਜੀ, ਮੇਰਾ ਆਖਰੀ ਸਵਾਲ ਹੈ ਕਿ ਜਦੋਂ ਆਪਾਂ ਗੱਲ ਕਰਦੇ ਆ ਪਬਲਿਕ ਸੈਕਟਰ ਦੀ, ਸਰਕਾਰਾਂ ਕਈ ਵਾਰੀ ਇਹਨੂੰ ਤਵੱਜੋ ਨਹੀਂ ਦਿੰਦੀਆਂ ਕਿ ਪ੍ਰਾਈਵੇਟ ਸੈਕਟਰ ਜਿਹੜਾ ਉਹ ਜ਼ਰੂਰੀ ਹੋ ਜਾਂਦਾ ਤੇ ਪਬਲਿਕ ਸੈਕਟਰ ਦੇ ਲਈ ਸਾਡੇ ਕੋਲੇ ਕੋਈ ਉਹਨੇ ਉਪਰਾਲੇ ਹੈ ਨਹੀਂ। ਪ੍ਰਾਈਵੇਟ ਦੇ ਵਿੱਚ ਲੋਕ ਕੰਮ ਵੀ ਪੂਰੇ ਡਿਸਪਲਿਨ ਚ ਕਰਦੇ ਨੇ, ਪਬਲਿਕ ਸੈਕਟਰ ਦੇ ਵਿੱਚ ਆਨਾਕਾਨੀ ਹੁੰਦੀ ਹੈ। ਕਈ ਵਾਰੀ ਇਹ ਵੀ ਪ੍ਰਚਾਰਿਆ ਜਾਂਦਾ ਹੈ ਕਿ ਸਾਡੇ ਪੰਜਾਬੀ ਜਿਹੜੇ ਨੇ ਉਹ ਬਾਹਰਲੇ ਮੁਲਕਾਂ 'ਚ ਜਾ ਕੇ ਉਸ ਪ੍ਰਾਈਵੇਟ ਸੈਕਟਰ ਦੇ ਮਾਹੌਲ ਦੇ ਵਿੱਚ ਐਨ ਵਧੀਆ ਕੰਮ ਕਰਦੇ ਨੇ, ਉੱਥੇ ਕੋਈ ਪਬਲਿਕ ਸੈਕਟਰ ਤਾਂ ਬਹੁਤਾ ਹੈ ਨਹੀਂ। ਇਹਦੇ 'ਚ ਕਿੰਨੀ ਕੁ ਸੱਚਾਈ ਹੈ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਸਾਨੂੰ ਇੱਕ ਸਿਸਟਮ ਦੇਣਾ ਪੈਂਦਾ ਹੈ।
ਸਿਸਟਮ ਉਹ ਜਿਹੜਾ ਸਾਰਿਆਂ ਲਈ ਬਰਾਬਰ ਹੋਵੇ। ਜੇ ਅਸੀਂ ਦੋਨਾਂ ਦਾ ਕੰਪੈਰੀਜ਼ਨ ਕਰੀਏ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਮੈਂ ਨਿੱਜੀ ਤੌਰ ਤੇ ਜਾਣਦਾ ਕਿ ਉੱਥੇ ਸਾਰੇ ਲੋਕ ਡਿਸਪਲਿਨ ਦੇ ਵਿੱਚ ਕੰਮ ਕਰਦੇ ਆ, ਕਿਉਂਕਿ ਉੱਥੇ ਦਾ ਡਿਸਪਲਿਨ ਸਾਰਿਆਂ ਲਈ ਬਰਾਬਰ ਹੈ। ਉੱਥੇ ਡਿਸਪਲਿਨ ਤੋੜਨ ਦੀ ਨਾ ਨੇਤਾ ਨੂੰ, ਨਾ ਅਭਿਨੇਤਾ ਨੂੰ, ਨਾ ਕਿਸੇ ਵੱਡੇ ਵਪਾਰੀ ਨੂੰ ਇਸ ਕਿਸਮ ਦੀ ਖੁੱਲ੍ਹ ਹੈ। ਸਾਡੇ ਤੁਸੀਂ ਛੋਟੀ ਤੋਂ ਛੋਟੀ ਉਦਾਹਰਨ ਦੇਵਾਂ, ਕਿਸੇ ਦਿਨ ਰੈੱਡ ਲਾਈਟ ਤੇ ਖੜੇ ਹੋ ਤੇ ਹੂਟਰ ਵਾਲੀਆਂ ਗੱਡੀਆਂ ਆਉਂਦੀਆਂ ਹੋਣ ਤੇ ਉਹ ਰੈੱਡ ਲਾਈਟ ਜੰਪ ਕਰਕੇ ਵੀ ਟੱਪ ਜਾਂਦੀਆਂ, ਮਤਲਬ ਇਹ ਹੈ ਕਿ ਛੋਟੇ ਤੋਂ ਛੋਟਾ ਕਾਨੂੰਨ ਵੀ ਉਹਨਾਂ ਨੇ ਤੋੜਤਾ। ਹਰ ਜਗ੍ਹਾ ਤੇ ਸਾਡੇ ਜਿਹੜੇ ਨੇਤਾ ਲੋਕ ਹੈ ਜਾਂ ਸਾਡੇ ਜਿਹੜੇ ਰਸੂਖਦਾਰ ਲੋਕ ਹੈ, ਉਹਨਾਂ ਲਈ VIP ਲਾਈਨ ਬਣੀਆਂ ਹੋਈਆਂ। ਇੱਥੋਂ ਤੱਕ ਕਿ ਜਿਹੜਾ ਸਾਡੇ ਧਾਰਮਿਕ ਸਥਾਨ ਹੈ, ਉਹਨਾਂ ਦੇ ਵਿੱਚ ਵੀ VIP ਲਾਈਨ ਬਣੀ ਹੋਈ ਹੈ। ਇਸ ਕਰਕੇ ਜੇ ਤੁਸੀਂ ਸਾਰੇ ਲੋਕਾਂ ਨੂੰ ਬਰਾਬਰ ਮੰਨੋਗੇ, ਜਿੱਥੇ ਹਰ ਬੰਦੇ ਨੂੰ ਇਹ ਲੱਗੂਗਾ ਕਿ ਇੱਥੇ ਉੱਚਾ ਨੀਵਾਂ, ਵੱਡਾ ਛੋਟਾ ਸਾਰੇ ਬਰਾਬਰ ਹੈ, ਤਾਂ ਉਹੋ ਜਿਹਾ ਮਾਹੌਲ ਇੱਥੇ ਵੀ ਬਣ ਜਾਊਗਾ। ਦੂਸਰੀ ਗੱਲ, ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਪਬਲਿਕ ਸੈਕਟਰ ਤੇ ਪ੍ਰਾਈਵੇਟ ਸੈਕਟਰ ਦਾ, ਦੋਨਾਂ ਦੇ ਵਿੱਚ ਬਹੁਤ ਫਰਕ ਹੈ। ਬਹੁਤ ਫਰਕ ਇਸ ਕਰਕੇ ਹੈ, ਇਹ ਨਹੀਂ ਹੈ ਕਿ ਜੇ ਅਸੀਂ ਕਹੀਏ ਕਿ ਜਿਹੜਾ ਕੈਨੇਡਾ ਸਵਰਗ ਹੈ, ਉੱਥੇ ਕੋਈ ਠੱਗੀ ਠੋਰੀ ਨਹੀਂ, ਹੇਰਾ ਫੇਰੀ ਨਹੀਂ। ਜੇ ਉੱਥੇ ਲੋਕ ਇੰਨੇ ਹੀ ਇਮਾਨਦਾਰ ਹੋਣ, ਉੱਥੇ ਸਾਰੀ ਚੋਰੀ ਠੱਗੀ ਨਾ ਹੋਵੇ, ਤਾਂ ਉੱਥੇ CCTV ਕੈਮਰੇ ਕਿਉਂ ਲਗਾਏ ਜਾਣ? ਉੱਥੇ ਵੀ ਲਗਾਤਾਰ ਚੈਕਿੰਗ ਕਿਉਂ ਹੋਵੇ? ਇਸ ਕਰਕੇ ਹਿਊਮਨ ਬੀਇੰਗ ਤਾਂ ਸਾਰੇ ਬਰਾਬਰ ਹੀ ਹੁੰਦੇ ਆ, ਪਰ ਜਿਹੜਾ ਸਿਸਟਮ ਹੈ ਉਹ ਉਹਨਾਂ ਨੂੰ ਠੀਕ ਕਰਕੇ ਰੱਖਦਾ ਹੈ। ਸਾਡੇ ਜਦੋਂ ਆਮ ਆਦਮੀ ਪਾਰਟੀ, ਜੇ ਸਪੈਸੀਫਿਕ ਗੱਲ ਕਰੀਏ, ਉਹਨਾਂ ਨੇ ਦਿੱਲੀ ਤੋਂ ਆਪਣਾ ਕੰਮ ਸ਼ੁਰੂ ਕੀਤਾ ਪਾਰਟੀ ਦਾ, ਤਾਂ ਉਹਨਾਂ ਨੇ ਇੱਕ ਬਹੁਤ ਵੱਡਾ ਨਾਅਰਾ ਦਿੱਤਾ ਸੀ ਕਿ ਅਸੀਂ ਸਿਸਟਮ 'ਚ ਤਬਦੀਲੀ ਲੈ ਕੇ ਆਵਾਂਗੇ। ਅਸੀਂ ਆਮ ਲੋਕਾਂ ਦੇ ਵਿੱਚੋਂ ਲੋਕਾਂ ਨੂੰ ਚੁਣ ਕੇ ਲੈ ਕੇ ਆਵਾਂਗੇ। ਹਾਲਾਂਕਿ ਕੁਝ ਹੱਦ ਤੱਕ ਉਹਨਾਂ ਨੇ ਇਹ ਕੀਤਾ ਵੀ, ਕੋਸ਼ਿਸ਼ ਵੀ ਕਰੀ। ਪਹਿਲੀ ਵਾਰੀ ਸ਼ਾਇਦ ਹੋਇਆ ਕਿ ਬਹੁਤ ਜਨ ਸਧਾਰਨ ਕਿਸਮ ਦੇ ਬੰਦੇ MLA ਬਣ ਕੇ ਗਏ ਹੈ। ਬਹੁਤ ਸਾਰੇ ਉਹ ਲੋਕ ਗਏ ਆ ਜਿਹੜੇ ਆਮ ਲੋਕਾਂ ਦੇ ਵਿੱਚ ਗਏ ਆ। ਹੌਲੀ ਹੌਲੀ ਉਮੀਦ ਹੈ ਕਿ ਸਿਸਟਮ ਦੀ ਤਬਦੀਲੀ ਹੋਊਗੀ। ਅਸੀਂ ਬਿਲਕੁਲ ਬੇਆਸ ਨਹੀਂ ਹੁੰਦੇ, ਪਰ ਪਬਲਿਕ ਸੈਕਟਰ ਦੀ ਜਿਹੜੀ ਮੈਂ ਗੱਲ ਵਾਰ-ਵਾਰ ਕਰਦਾ, ਉਹ ਇਸ ਕਰਕੇ ਇੰਪੋਰਟੈਂਟ ਹੁੰਦਾ ਹੈ ਕਿ ਪਬਲਿਕ ਸੈਕਟਰ ਦੇ ਵਿੱਚ, ਜੇ ਮੈਂ ਯੂਨੀਵਰਸਿਟੀ ਦੀ ਐਗਜ਼ਾਮਪਲ ਤੁਹਾਨੂੰ ਦੇਵਾਂ, ਜਿਹੜਾ ਪੰਜਾਬੀ ਯੂਨੀਵਰਸਿਟੀ ਹੈ, ਉਸ ਦੇ ਵਿੱਚ ਤਕਰੀਬਨ 40% ਸ਼ਡਿਊਲ ਕਾਸਟ ਬੱਚੇ ਪੜ੍ਹਦੇ ਆ। ਗਰੀਬ ਜੱਟਾਂ ਦੇ, ਗਰੀਬ ਹੋਰ ਜਾਤੀਆਂ ਦੇ ਪਰਿਵਾਰਾਂ ਦੇ ਬੱਚੇ ਇੱਥੇ ਆਉਂਦੇ ਆ। ਇੱਥੇ ਜਿਹੜੀ PhD ਦੀ ਡਿਗਰੀ ਕਰਵਾਈ ਜਾਂਦੀ ਹੈ, ਪਬਲਿਕ ਸੈਕਟਰ ਹੋਣ ਕਰਕੇ ਸੋਸ਼ਲ ਸਾਇੰਸ ਤੇ ਲੈਂਗੁਏਜ ਦੇ ਵਿੱਚ 3000 ਰੁਪਇਆ ਸਾਲਾਨਾ, ਸਾਇੰਸ ਦੇ ਵਿੱਚ 5000 ਰੁਪਇਆ ਸਾਲਾਨਾ ਉਹਨਾਂ ਤੋਂ ਫੀਸ ਲਈ ਜਾਂਦੀ ਹੈ। ਜਿਹੜੀਆਂ ਪ੍ਰਾਈਵੇਟ ਸੈਕਟਰ ਦੀਆਂ ਯੂਨੀਵਰਸਿਟੀਆਂ, ਉਹਨਾਂ 'ਚ ਇਹ 1 ਸਾਲ ਦੀ ਫੀਸ 1.5 ਲੱਖ ਤੋਂ ਲੈ ਕੇ 3 ਲੱਖ ਤੱਕ ਦੀ ਹੈ। ਇਹ ਮੈਨੂੰ ਲੱਗਦਾ ਕੋਈ ਛੋਟਾ ਫਰਕ ਨਹੀਂ ਹੈ। ਇਸ ਕਰਕੇ ਜਦੋਂ ਅਸੀਂ ਪਬਲਿਕ ਸੈਕਟਰ ਦੀ ਗੱਲ ਕਰਦੇ ਹਾਂ, ਤਾਂ ਉੱਥੇ ਅਸੀਂ ਇਸ ਕਰਕੇ ਕਰਦੇ ਹਾਂ ਕਿ ਉਹਦੇ ਵਿੱਚ ਲੋਕਾਂ ਦਾ ਅਧਿਕਾਰ ਹੁੰਦਾ ਹੈ। ਜਦੋਂ ਸਾਡੀ ਰੋਡਵੇਜ ਦੀਆਂ ਬੱਸਾਂ ਬੰਦ ਹੋਈਆਂ, ਪਿੰਡਾਂ ਦੇ ਰੂਟਾਂ ਦੇ ਉੱਪਰੋਂ ਬੱਸਾਂ ਜਾਣੀਆਂ ਬੰਦ ਹੋ ਗਈਆਂ, ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡਾ ਬੇਸਿਕ ਇਨਫਰਾਸਟ੍ਰਕਚਰ ਟੁੱਟ ਜਾਂਦਾ ਹੈ। ਕਿਸੇ ਸਮੇਂ ਪਬਲਿਕ ਸੈਕਟਰ ਦਾ ਪਟਿਆਲੇ ਦਾ ਹਸਪਤਾਲ ਪੂਰੇ ਮਾਲਵੇ ਦੇ ਵਿੱਚ ਕੇਂਦਰੀ ਹਸਪਤਾਲ ਸੀ। ਅੱਜ ਜਿਹੜਾ ਉਹ ਹਸਪਤਾਲ ਹੈ, ਕਿਸ ਹਾਲਤ ਦੇ ਵਿੱਚ ਹੈ? ਕਿਉਂ ਹੈ? ਕਿਉਂਕਿ ਅਸੀਂ ਉਸ ਦੇ ਵਿੱਚ ਉਸ ਕਿਸਮ ਦੀ ਇਨਵੈਸਟਮੈਂਟ ਨਹੀਂ ਕੀਤੀ, ਇੰਪਲਾਇਮੈਂਟ ਨਹੀਂ ਦਿੱਤੀ। ਪਿੰਡਾਂ ਦੀਆਂ ਡਿਸਪੈਂਸਰੀਆਂ ਡਾਕਟਰਾਂ ਤੋਂ ਖਾਲੀ ਹੈ। ਡੰਗਰਾਂ ਦੇ ਹਸਪਤਾਲਾਂ ਦੇ ਵਿੱਚ, ਪਿੰਡਾਂ ਦੇ ਵਿੱਚ ਪਸ਼ੂਆਂ ਵਾਲੇ ਡੰਗਰ ਡਾਕਟਰਾਂ ਦੀ ਕਮੀ ਹੈ। ਇਸੇ ਤਰੀਕੇ ਨਾਲ ਇਹ ਥੋੜੀਆਂ ਚੀਜ਼ਾਂ ਨਹੀਂ, ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੁੰਦੀ ਹੈ। ਜਿੰਨਾ ਚਿਰ ਅਸੀਂ ਪਬਲਿਕ ਸੈਕਟਰ ਨੂੰ ਸਟਰੈਂਥਨ ਨਹੀਂ ਕਰਾਂਗੇ, ਉਹ ਬੈਕਬੋਨ ਹੁੰਦੀ ਹੈ ਸਟੇਟ ਦੀ, ਉਹਦੇ ਸਟੇਟ ਦਾ ਸਿੱਧਾ ਕੰਟਰੋਲ ਹੁੰਦਾ ਹੈ, ਉਹਨਾਂ ਚਿਰ ਮੈਨੂੰ ਲੱਗਦਾ ਹੈ ਕਿ ਜਿਹੜੀ ਫੰਡਾਮੈਂਟਲ ਹੈ ਸਾਡੀ ਆਰਥਿਕਤਾ ਦੀ, ਉਹ ਸਟਰੋਂਗ ਨਹੀਂ ਹੋ ਸਕਦੀ। ਜੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ ਸੰਧੂ ਸਾਹਿਬ। ਹਾਂ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬ ਹੈਰੀਟੇਜ ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ। ਅਖੀਰ ਦੇ ਵਿੱਚ ਗੱਲ ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਦੋਂ ਅਸੀਂ ਕਿਸੇ ਤਮਾਸ਼ੇ ਨੂੰ ਦੇਖਣ ਦੀ ਗੱਲ ਕਰਦੇ ਆ, ਇੱਕ ਵਾਰ ਤਾਂ ਬੰਦਾ ਜਾ ਕੇ ਦੇਖ ਆਏ, ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਮੈਨੂੰ ਭਰਮਾ ਰਿਹਾ ਹੈ, ਤਮਾਸ਼ਾ ਦਿਖਾ ਰਿਹਾ। ਪਰ ਜੇ ਤੁਸੀਂ ਵਾਰ-ਵਾਰ ਤਮਾਸ਼ਾ ਦੇਖੋਗੇ ਤਾਂ ਤੁਸੀਂ ਵੀ ਤਮਾਸ਼ਬੀਨ ਬਣ ਜਾਓਗੇ ਵਾਰ-ਵਾਰ, ਕਿਉਂਕਿ ਤੁਹਾਨੂੰ ਇੱਕੋ ਵਾਰ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਤੁਹਾਡਾ ਬੇਵਕੂਫ ਬਣਾ ਰਿਹਾ। ਇਸੇ ਤਰ੍ਹਾਂ ਸਿਆਸਤ ਦੇ ਵਿੱਚ ਵਾਰ-ਵਾਰ ਜਦੋਂ ਤੁਹਾਨੂੰ ਲਾਰੇ ਲੱਗਦੇ ਨੇ, ਪਹਿਲਾਂ ਕੋਈ ਕਹਿੰਦਾ ਕਿ ਘਰ-ਘਰ ਨੌਕਰੀ ਦੇ ਦਾਂਗੇ, ਹੁਣ ਕਹਿੰਦੇ ਕਿ ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਤਾਂ ਇਹਦੇ ਤੋਂ ਇੱਕੋ ਗੱਲ ਸਮਝ ਆਉਂਦੀ ਹੈ ਕਿ ਲੋਕਾਂ ਨੂੰ ਜਾਗਰੂਕ ਹੋ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਵੀ ਕਰਨਾ ਚਾਹੀਦਾ ਹੈ ਤੇ ਆਪਣੇ ਹੱਕਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਵੀ ਚੁੱਕਣੀਆਂ ਚਾਹੀਦੀਆਂ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।